चढ़ती पलघ लाल जड़ाओ। मोहनी मुखमणि सोहै करे रंग पसाओ। मत देख भूला विसरै, मत देख भूला विसरै। तेरा चित न आवे नाव। सिद्ध हुआ सिद्ध लाई, रिद्ध आखा आओ। सिद्ध हुआ सिद्ध लाई, रिद्ध आखा आओ। गुप्त प्रगट होए बैसा, लोक राखै भाओ। मत देख भूला विसरै, तेरा चित न आवे नाव। सुल्तान हुआ मेल लश्कर, तखत राखा पाओ। हुक्म हासिल करी बैठा, नानक सब वाओ। मत देख भूला विसरै, तेरा चित न आवे नाव। मत देख भूला विसरै, तेरा चित न आवे नाओ। हम अवगुण भरे एक गुण नाही, अमृत छाड़ बिख बिख खाई। माया मोह परम पै भूले, सुत दारा स्यों प्रीत लगाई। एक उत्तम पंथ सुन्यो गुर संगत, तेह मिलंत जम त्रास मिटाई। एक अरदास पाठ कीरत की, गुर रामदास राखो। सो कहो टल गुर सेविय, अहनस सहज पाए। दर्शन परसै गुरु कै, जन्म मरण दुख जाए। होवै सिफत खसंबंधी, नूर अरसा कुरसा झटिया। तुद डठे सच्चे पातशाह, मल जन्म जन्म दी कटिया। सज्जन सच्चा पातशाह, सिर साहांदै साहो। जिस पास बैठिया सोहिया, सबना दा वेसाहो। सतनाम श्री वाहिगुरु साहिब जी। बिहागड़ा महला चौथा। हाँ बलिहारी तिनको मेरी जिंदड़ी जिन हार हर नाम आधारो राम। गुर सतगुर नाम दिरड़ाया मेरी जिंदड़ी बिख भाव जल
ਤਾਰਨ ਹਾਰੋ ਰਾਮ। ਹਾਂ ਬਲਿਹਾਰੀ ਤਿਨ ਕੋ ਮੇਰੀ ਜਿੰਦੜੀਐ, ਜਿਨ ਹਰ ਹਰ ਨਾਮ ਆਧਾਰੋ ਰਾਮ। ਗੁਰ ਸਤਿਗੁਰ ਨਾਮ ਦਿਰੜਾਇਆ ਮੇਰੀ ਜਿੰਦੜੀਐ, ਬਿਖ ਭਉ ਜਲ ਤਾਰਨ ਹਾਰੋ ਰਾਮ। ਜਿਨ ਇੱਕ ਮਨ ਹਰ ਧਿਆਇਆ ਮੇਰੀ ਜਿੰਦੜੀਐ, ਤਿਨ ਸੰਤ ਜਨਾ ਜੈਕਾਰੋ ਰਾਮ। ਨਾਨਕ ਹਰ ਜਪ ਸੁਖ ਪਾਇਆ ਮੇਰੀ ਜਿੰਦੜੀਐ, ਸਭ ਦੁਖ ਨਿਵਾਰਨ ਹਾਰੋ ਰਾਮ। ਸਾਰਸਨਾ ਧਨ ਧਨ ਹੈ ਮੇਰੀ ਜਿੰਦੜੀਐ, ਗੁਣ ਗਾਵੇ ਹਰ ਪ੍ਰਭ ਕੇਰੇ ਰਾਮ। ਤੇ ਸਰਵਨ ਭਲੇ ਸ਼ੋਭਨੀਕ ਹੈ ਮੇਰੀ ਜਿੰਦੜੀਐ, ਹਰ ਕੀਰਤਨ ਸੁਣ ਹੈ ਹਰ ਤੇਰੇ ਰਾਮ। ਸੋ ਸੀਸ ਭਲਾ ਪਵਿੱਤਰ ਪਾਵਨ ਹੈ ਮੇਰੀ ਜਿੰਦੜੀਐ, ਜੋ ਲਾਏ ਜੋ ਜਾਏ ਲੱਗੈ ਗੁਰ ਪੈਰੇ ਰਾਮ। ਗੁਰ ਵਿਟਹੁ ਨਾਨਕ ਵਾਰਿਆ ਮੇਰੀ ਜਿੰਦੜੀਐ, ਜਿਨ ਹਰ ਹਰ ਨਾਮ ਚਤੇਰੇ ਰਾਮ। ਤੇ ਨੇਤਰ ਭਲੇ ਪਰਵਾਨ ਹੈ ਮੇਰੀ ਜਿੰਦੜੀਐ, ਜੋ ਸਾਧੂ ਸਤਿਗੁਰ ਦੇਖੈ ਹੈ ਰਾਮ। ਤੇ ਹਸਤ ਪੁਨੀਤ ਪਵਿੱਤਰ ਹੈ ਮੇਰੀ ਜਿੰਦੜੀਐ, ਜੋ ਹਰ ਜਸ ਹਰ ਹਰ ਲੇਖ ਹੈ ਰਾਮ। ਤਿਸ ਜਨ ਕੇ ਪਗ ਨਿਤ ਪੂਜੀ ਹੈ ਮੇਰੀ ਜਿੰਦੜੀਐ, ਜੋ ਮਾਰਗ ਧਰਮ ਚਲੇ ਸਹਿ ਰਾਮ। ਨਾਨਕ ਤਿਨ ਵਿਟਹੁ ਵਾਰਿਆ ਮੇਰੀ ਜਿੰਦੜੀਐ, ਹਰ ਸੁਣ ਹਰ ਨਾਮ ਮਨਿ ਸਹਿ ਰਾਮ। ਧਰਤ ਪਾਤਾਲ ਆਕਾਸ਼ ਹੈ ਮੇਰੀ ਜਿੰਦੜੀਐ, ਸਭ ਹਰ ਹਰ ਨਾਮ ਧਿਆਵੈ ਰਾਮ। ਪੌਣ ਪਾਣੀ ਬੈ ਸੰਤਰੋ ਮੇਰੀ ਜਿੰਦੜੀਐ, ਨਿਤ ਹਰ 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 ਜਸ ਗਾਵੈ ਰਾਮ। ਵਾਣ ਤ੍ਰਿਣ ਸਭ ਆਕਾਰ ਹੈ ਮੇਰੀ ਜਿੰਦੜੀਐ, ਮੁਖ ਹਰ ਹਰ ਨਾਮ ਧਿਆਵੈ ਰਾਮ। ਨਾਨਕ ਤੇ ਹਰ ਦਰ ਪੈ ਨਾਇਆ ਮੇਰੀ ਜਿੰਦੜੀਐ, ਜੋ ਗੁਰਮੁਖ ਭਗਤ ਮਨ ਲਾਵੈ ਰਾਮ। ਵਾਣ ਤ੍ਰਿਣ ਸਭ ਆਕਾਰ ਹੈ ਮੇਰੀ ਜਿੰਦੜੀਐ, ਮੁਖ ਹਰ ਹਰ ਨਾਮ ਧਿਆਵੈ ਰਾਮ। ਨਾਨਕ ਤੇ ਹਰ ਦਰ ਪੈ ਨਾਇਆ ਮੇਰੀ ਜਿੰਦੜੀਐ, ਜੋ ਗੁਰਮੁਖ ਭਗਤ ਮਨ ਲਾਵੈ ਰਾਮ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। परम सम्मान योग सत्कार योग गुरु की साजी और नवाजी हुई गुरु का खास रूप गुरु खालसा साध संगत जीओ वड्डियां भागां वाले हो। दीन दुनिया दे मालक सर्ब सांझी वालता दे सांझे रहबर समाद जैसे कलयुगी जीवां दे उद्धार करता आत उत्कृष्ट सतगुरु गरीब नवाज धन गुरु ग्रंथ साहब जी महाराज जी की पवित्र पावन हजूरी च साहिब नौवें गुरदेव वैराग त्याग अनुराग दी महान मूरत भगत वछल पतत पावन सतगुरु धन धन श्री गुरु तेग बहादुर साहब जी के पावन पवित्र चरण छो प्राप्त इतिहासक स्थान ते ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਜੁੜ ਕੇ ਇਕੱਤਰ ਹੋ ਕੇ ਆਪ ਜੀ ਨੇ ਆਪਣਾ ਸਮਾਂ ਗੁਰੂ ਲੇਖੇ ਲਾ ਕੇ ਸਫਲਾ ਕੀਤਾ ਹੈ। ਤੁਰ ਕੀ ਬਾਣੀ ਅਕਾਲੀ ਬਾਣੀ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ। ਸਤਿਗੁਰਾਂ ਦੀ ਰੱਬੀ ਬਾਣੀ ਦੇ ਸ਼ਬਦ ਕੀਰਤਨ ਆਪ ਜੀ ਨੇ ਸਰਵਣ ਕੀਤੇ ਹਨ। ਗੁਰਦੇਵ ਨੇ ਅੰਮ੍ਰਿਤ ਵੇਲੇ ਸ੍ਰੀ ਮੁਖਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ। ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਜਗਤ ਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਸਾਡੇ ਤੇ ਕਿਰਪਾ ਦੇ ਘਰ ਵਿੱਚ ਆ ਕੇ ਤੁੱਠੇ ਹਨ। ਪਾਵਨ ਹੁਕਮਨਾਮੇ ਦੀ ਦਾਤ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ। ਆਓ ਕੁਝ ਸਮੇਂ ਲਈ ਮਨ ਔਰ ਬਿਰਤੀਆਂ ਇਕਾਗਰ ਕਰਕੇ ਚੌਥੇ ਪਾਤਸ਼ਾਹ ਦੇ ਪਾਵਨ ਚਰਨਾਂ ਨਾਲ ਸੁਰਤੀਆਂ ਬਿਰਤੀਆਂ ਕੇਂਦਰਿਤ ਕਰੀਏ। ਸਾਡੀਆਂ ਬਿਰਤੀਆਂ ਦਾ ਵਹਿਣ ਬਾਹਰ ਮੁਖੀ ਹੈ। ਸਾਡੀਆਂ ਬਿਰਤੀਆਂ ਅੱਖਾਂ ਦੁਆਰਾ ਸ਼ਰਵਣਾਂ ਦੁਆਰਾ ਰਸਨਾ ਦੁਆਰਾ ਇੰਦਰੀਆਂ ਦੁਆਰਾ ਬਾਹਰ ਨੂੰ ਦੌੜਦੀਆਂ ਹਨ। ਪ੍ਰਾਣਾਂ ਦੇ ਘੋੜਿਆਂ ਤੇ ਸਵਾਰ ਹੋ ਕੇ ਅੱਖਾਂ ਦੁਆਰਾ ਸ਼ਰਵਣਾਂ ਦੁਆਰਾ ਨਾਸਕਾ ਦੁਆਰਾ ਚਮੜੀ ਦੁਆਰਾ ਇਉਂ ਇਹ ਬਾਹਰ ਮੁਖੀ ਹੋ ਕੇ ਬਾਹਰ ਨੂੰ ਭੱਜਦੀਆਂ ਹਨ। ਸਾਧਨਾ ਕੀ ਹੈ? ਅਕਸਰ ਆਪਾਂ ਕਹਿੰਦੇ ਆ ਵੀ ਗੁਰਸਿੱਖ ਨੂੰ ਸਾਧਨਾ ਕਰਨੀ ਚਾਹੀਦੀ ਹੈ। ਜੇ ਕੋਈ ਪੁੱਛੇ ਵੀ ਸਾਧਨਾ ਹੈ ਕੀ, ਸਾਧਨਾ ਦਾ ਮਤਲਬ ਇਹੀ ਹੈ ਕਿ ਜਿਹੜੀਆਂ ਬਿਰਤੀਆਂ ਬਾਹਰ ਭੱਜਦੀਆਂ ਨੇ ਮੋੜ ਮੋੜ ਕੇ ਅੰਦਰ ਲੈ ਕੇ ਆਉਣੀਆਂ ਨੂੰ ਸਾਧਨਾ ਕਹਿੰਦੇ ਹਨ। ਇਹਨੂੰ ਸਾਧਨਾ ਕਹਿ ਲਓ ਜਾਂ ਫਿਰ ਇਸ ਨੂੰ ਅਭਿਆਸ ਕਹਿ ਲਓ। ਇਹ ਅਭਿਆਸ ਹੈ। ਕਿਸੇ ਨੇ ਕੋਈ ਸਾਈਕਲ ਚਲਾਉਣਾ ਵੀ ਸਿੱਖਣਾ ਹੋਵੇ ਤਾਂ ਉਹਦਾ ਅਭਿਆਸ ਕਰਦਾ ਹੈ। ਕਿਸੇ ਤਰ੍ਹਾਂ ਦਾ ਕੋਈ ਕੰਮ ਸਿੱਖਣਾ ਹੋਵੇ ਉਹਦੇ ਲਈ ਅਭਿਆਸ ਕੀਤਾ ਜਾਂਦਾ ਹੈ। ਪਰ ਬਿਰਤੀਆਂ ਬਾਹਰ ਭੱਜਦੀਆਂ ਰਹਿੰਦੀਆਂ ਨੇ, ਉਹਨਾਂ ਨੂੰ ਅੰਤਰਮੁਖੀ ਕਰਨ ਲਈ ਅਸੀਂ ਕਿੰਨਾ ਕੁ ਅਭਿਆਸ ਕਰਦੇ ਹਾਂ। ਉਹਦੇ ਲਈ ਸਾਧਨਾ ਕਰਨੀ ਪੈਂਦੀ ਹੈ, ਨਾਮ ਅਭਿਆਸ ਕਰਨਾ ਪੈਂਦਾ ਹੈ। ਤੋ ਗੁਰਸਿੱਖ ਨੇ ਸਾਧਨਾ ਵਿੱਚ ਰਹਿਣਾ। ਬਿਰਤੀਆਂ ਬਾਹਰ ਜਾਣ ਮੁੜ ਮੁੜ ਕੇ ਫੇਰ ਅੰਦਰ ਲੈ ਕੇ ਆਉਣੀਆਂ ਹਨ। ਬਿਰਤੀਆਂ ਨੂੰ ਅੰਤਰਮੁਖੀ ਕਰਨ ਵਾਸਤੇ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਗੁਰ ਮੰਤਰ ਦਾ ਆਸਰਾ ਲਈਏ। ਆਖੀਏ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਹਾਗੜਾ ਮਹੱਲਾ ਚੌਥਾ। ਰਾਗ ਬਿਹਾਗੜਾ ਹੈ। ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦਾ ਉਚਾਰਨ ਕੀਤਾ ਗਿਆ ਪਾਵਨ ਪਵਿੱਤਰ ਸ਼ਬਦ ਹੈ। ਹਾਂ ਬਲਿਹਾਰੀ ਤਿੰਨ ਕੋ ਮੇਰੀ ਜਿੰਦੜੀਏ, ਜਿਨਾ ਹਰ ਹਰ ਨਾਮ ਆਧਾਰੋ RAM। ਚੌਥੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਹੇ ਮੇਰੀਏ ਜਿੰਦੇ, ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ, ਮੈਂ ਤਿਨਾਂ ਤੋਂ ਵਾਰੇ-ਵਾਰੇ ਤੇ ਕੁਰਬਾਨ ਜਾਂਦਾ ਹਾਂ।
ਜਿਹੜੇ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਦਾ ਆਧਾਰ ਆਪਣੇ ਹਿਰਦੇ 'ਚ ਵਸਾਉਂਦੇ ਹਨ। ਜਿਨ੍ਹਾਂ ਨੂੰ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਦਾ ਆਧਾਰ ਹੈ, ਆਸਰਾ ਹੈ, ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ। ਮਨ ਨੂੰ ਟਿਕਾਉਣ ਵਾਸਤੇ ਗੁਰੂ ਖਾਲਸਾ ਜੀ ਆਧਾਰ ਚਾਹੀਦਾ ਹੈ, ਔਰ ਇਸ ਮਨ ਨੂੰ ਟਿਕਾਉਣ ਵਾਸਤੇ ਇੱਕੋ ਇੱਕ ਆਧਾਰ ਹੈ, ਉਹ ਹੈ ਪਰਮੇਸ਼ਰ ਦੇ ਨਾਮ ਦਾ ਆਧਾਰ। ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਪਾਵਨ ਬਚਨ ਆਨੰਦ ਬਾਣੀ ਚਾਪ ਜੀ ਰੋਜ਼ ਪੜ੍ਹਦੇ ਹੋ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਅਕਾਲ ਪੁਰਖ ਪਰਮੇਸ਼ਰ ਦਾ ਸੱਚਾ ਨਾਮ ਮੇਰੇ ਮਨ ਦਾ ਆਧਾਰ ਹੈ, ਜਿਸ ਆਧਾਰ ਨੂੰ ਗ੍ਰਹਿਣ ਕਰਕੇ ਇਹਦੇ ਅੰਦਰੋਂ ਸਾਰੀਆਂ ਭੁੱਖਾਂ ਗਵਾਚ ਗਈਆਂ ਨੇ, ਦੂਰ ਹੋ ਗਈਆਂ ਨੇ। ਤੋ ਸੱਚਾ ਨਾਮ ਜਿਨ੍ਹਾਂ ਨੇ ਆਪਣੇ ਹਿਰਦੇ 'ਚ ਆਧਾਰ ਬਣਾ ਕੇ ਧਾਰਨ ਕੀਤਾ ਹੈ, ਉਸ ਨਾਮ ਦੇ ਆਸਰੇ ਤੇ ਟਿਕੇ ਹੋਏ ਜਿਹੜੇ ਗੁਰਮੁਖ ਜਨ ਹਨ, ਨਾਮ ਅਭਿਆਸੀ ਗੁਰਸਿੱਖ ਹਨ। ਮਹਾਰਾਜ ਜੀ ਕਹਿੰਦੇ, ਮੈਂ ਤਿਨਾਂ ਤੋਂ ਬਲਿਹਾਰ ਜਾਂਦਾ ਹਾਂ, ਤਿਨਾਂ ਤੋਂ ਵਾਰੇ-ਵਾਰੇ ਜਾਂਦਾ ਹਾਂ। ਗੁਰ ਸਤਿਗੁਰ ਨਾਮ ਦਿਰੜਾਇਆ, ਮੇਰੀ ਜਿੰਦੜੀਏ ਬਿਖ ਭਉ ਜਲ ਤਾਰਨ ਹਾਰੋ ਰਾਮ। ਮੇਰੇ ਗੁਰੂ ਸਤਿਗੁਰੂ ਜੀ ਨੇ ਕਿਰਪਾ ਕਰਕੇ ਮੈਨੂੰ ਨਾਮ ਦ੍ਰਿੜ ਕਰਾ ਦਿੱਤਾ। ਦ੍ਰਿੜ ਨਾਮ ਮੇਰੇ ਹਿਰਦੇ 'ਚ ਪਰਪੱਕ ਕਰਾ ਦਿੱਤਾ, ਦ੍ਰਿੜ ਕਰਾ ਦਿੱਤਾ। ਪੰਜ ਪਿਆਰੇ ਦ੍ਰਿੜ ਕਰਾਉਂਦੇ ਆ ਗੁਰਮੰਤਰ। ਜਦੋਂ ਜਪਾਉਂਦੇ ਹਨ ਨਾਮ, ਗੁਰਮੰਤਰ ਦੀ ਦਾਤ ਬਖਸ਼ਦੇ ਹਨ, ਉਸ ਵੇਲੇ ਨਾਮ ਦ੍ਰਿੜ ਕਰਾਉਂਦੇ। ਤੋ ਮਹਾਰਾਜ ਜੀ ਕਹਿੰਦੇ, ਮੇਰੇ ਗੁਰੂ ਸਤਿਗੁਰੂ ਜੀ ਨੇ ਮੈਨੂੰ ਨਾਮ ਦ੍ਰਿੜਾਇਆ ਹੈ। ਹੇ ਮੇਰੀਏ ਜਿੰਦੇ, ਇਹ ਨਾਮ ਐਸੀ ਬਰਕਤ ਵਾਲਾ ਹੈ ਕਿ ਇਸ ਨਾਮ ਨੂੰ ਜਿਨ੍ਹਾਂ ਨੇ ਆਪਣੇ ਹਿਰਦੇ 'ਚ ਦ੍ਰਿੜ ਕਰ ਲਿਆ, ਉਹ ਇਸ ਜ਼ਹਿਰ ਰੂਪੀ ਭਵਜਲ ਤੋਂ, ਸੰਸਾਰ ਸਮੁੰਦਰ ਤੋਂ ਤਰ ਗਏ ਨੇ, ਕਿਉਂਕਿ ਇਹ ਨਾਮ ਇਸ ਸੰਸਾਰ ਰੂਪੀ ਭਵਜਲ ਤੋਂ ਤਾਰਨੇ ਵਾਲਾ ਹੈ। ਬਿਖ ਭਵਜਲ ਤਾਰਨ ਹਾਰੋ ਰਾਮ। ਇਹ ਬਿਖ ਨਾਮ ਹੁੰਦਾ ਜ਼ਹਿਰ ਦਾ। ਭਵਜਲ ਕਹਿੰਦੇ ਆ ਸੰਸਾਰ ਨੂੰ। ਭਵਜਲ ਕਿਉਂ ਕਿਹਾ ਇਹਨੂੰ? ਜਿਹਦੇ 'ਚ ਕੁਝ ਨਾ ਕੁਝ ਹੁੰਦਾ ਰਹੇ, ਉਹਨੂੰ ਭਵਜਲ ਕਹਿੰਦੇ ਹਨ। ਇਹ ਸੰਸਾਰ 'ਚ ਹਰ ਵਕਤ ਕੁਝ ਨਾ ਕੁਝ ਹੋ ਰਿਹਾ। ਕਿਤੇ ਕੋਈ ਜੰਮ ਰਿਹਾ, ਕਿਤੇ ਕੋਈ ਬਰ ਰਿਹਾ, ਕਿਤੇ ਰੋ ਰਿਹਾ, ਕਿਤੇ ਕੋਈ ਹੱਸ ਰਿਹਾ। ਹਰ ਵੇਲੇ ਕੁਝ ਨਾ ਕੁਝ ਹੁੰਦਾ ਰਹਿੰਦਾ ਨਾ। ਇਹ ਜ਼ਹਿਰ ਰੂਪੀ ਭਵਜਲ ਹੈ, ਇਹਦੇ 'ਚ ਬਿਖ ਵੀ ਹੈ। ਬਿਖ ਰੂਪੀ ਭਵਜਲ ਤੋਂ ਸਤਿਗੁਰੂ ਜੀ ਦਾ ਅੰਮ੍ਰਿਤ ਨਾਮ ਤਾਰਨੇ ਵਾਲਾ ਹੈ। ਤੋ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੇ ਸਾਨੂੰ ਇਹ ਸੰਸਾਰ ਤੋਂ ਤਾਰਿਆ ਹੈ। ਜਿਨ ਇੱਕ ਮਨ ਹਰ ਧਿਆਇਆ, ਮੇਰੀ ਜਿੰਦੜੀਏ ਵਾਹਿਗੁਰੂ। ਤਿਨ ਸੰਤ ਜਨਾ ਜੈਕਾਰੋ ਰਾਮ। ਇਹ ਮੇਰੀਏ ਜਿੰਦੇ, ਜਿਨ੍ਹਾਂ ਨੇ ਇੱਕ ਮਨ ਇੱਕ ਚਿੱਤ ਹੋ ਕੇ ਹਰੀ ਨੂੰ ਧਿਆਉਣਾ ਕੀਤਾ, ਉਹ ਜਿਹੜੇ ਸੰਤ ਜਨ ਨੇ ਜਿਨ੍ਹਾਂ ਨੇ ਇੱਕ ਮਨ ਇੱਕ ਚਿੱਤ ਹੋ ਕੇ ਹਰੀ ਨੂੰ ਧਿਆਇਆ, ਉਹਨਾਂ ਸੰਤ ਜਨਾਂ ਦੀ ਸਦਾ ਹੀ ਜੈ ਜੈਕਾਰ ਹੈ। ਉਹਨਾਂ ਦਾ ਜੈਕਾਰ ਯਾਨੀ ਕਿ ਉਹਨਾਂ ਦੀ ਸੋਭਾ ਇਹ ਸੰਸਾਰ ਵਿੱਚ ਸਦਾ ਵਾਸਤੇ ਹੁੰਦੀ ਹੈ। ਨਾਨਕ ਹਰ ਜਪ ਸੁਖ ਪਾਇਆ, ਮੇਰੀ ਜਿੰਦੜੀਏ ਸਭ ਦੁਖ ਨਿਵਾਰਨ ਹਾਰੋ ਰਾਮ। ਧੰਨ ਗੁਰੂ ਰਾਮਦਾਸ ਸਾਹਿਬ ਜੀ ਫਰਮਾਉਂਦੇ ਹਨ ਕਿ ਹਰੀ ਦੇ ਜਾਪ ਨੂੰ ਜਪ ਕੇ ਅਸੀਂ ਸੁਖ ਪ੍ਰਾਪਤ ਕੀਤਾ ਹੈ। ਹੇ ਮੇਰੀਏ ਜਿੰਦੇ, ਹਰੀ ਦੇ ਨਾਮ ਨੂੰ ਜਪ ਕੇ ਹਿਰਦੇ ਨੂੰ ਸੁਖ ਪ੍ਰਾਪਤ ਹੁੰਦਾ ਹੈ। ਤੇ ਹਰੀ ਦੇ ਨਾਮ ਦੀ ਇਹ ਬਰਕਤ ਹੈ ਕਿ ਜਿਨ੍ਹਾਂ ਨੇ ਜਪਿਆ, ਉਹਨਾਂ ਦੇ ਸਾਰੇ ਦੁੱਖ ਹਰੀ ਨਾਮ ਨੇ ਨਿਵਾਰ ਦਿੱਤੇ ਹਨ। ਸਭ ਦੁੱਖ ਨਿਵਾਰਨ ਹਾਰੋ ਰਾਮ। ਇਹ ਅੰਮ੍ਰਿਤ ਨਾਮ ਐਸਾ ਹੈ, ਇਹ ਸਾਰਿਆਂ ਦੁੱਖਾਂ ਨੂੰ ਨਿਵਾਰਨੇ ਵਾਲਾ ਹੈ। ਸਤਿਗੁਰਾਂ ਦੇ ਜਿਸ ਪਵਿੱਤਰ ਸਥਾਨ ਤੇ ਆਪਾਂ ਜੁੜ ਬੈਠੇ ਹਾਂ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਨਿੱਘੀ ਗੋਦ ਵਿੱਚ ਪਾਤਸ਼ਾਹ ਇਸ ਸਥਾਨ ਦਾ ਨਾਮ ਨਿਵਾਜਦੇ, ਦੁੱਖ ਨਿਵਾਰਨ ਸਾਹਿਬ।
ਸਾਹਿਬ ਜੀ ਦਾ ਨਾਮ ਹੀ ਦੁੱਖਾਂ ਨੂੰ ਨਿਵਾਰਨੇ ਵਾਲਾ ਹੈ। ਜਿੱਥੇ ਜਨਮ ਮਰਨ ਦਾ ਦੁੱਖ ਨਿਰਵਿਰਤ ਹੋ ਜਾਵੇ, ਜਿੱਥੇ ਕਾਮ ਕ੍ਰੋਧ ਆਦਿਕ ਵਿਕਾਰਾਂ ਦਾ ਦੁੱਖ ਨਿਰਵਿਰਤ ਹੋ ਜਾਵੇ, ਐਸਾ ਹਰੀ ਨਾਮ ਹੈ। ਹਰੀ ਦੇ ਅੰਮ੍ਰਿਤ ਨਾਮ ਦੀ ਬਰਕਤ ਨਾਲ ਇਸ ਜੀਵ ਦੇ ਦੁੱਖਾਂ ਦੀ ਨਿਰਵਿਰਤੀ ਹੋ ਜਾਂਦੀ ਹੈ। ਸਤਿਗੁਰੂ ਜੀ ਨੇ ਸਦਾ ਵਰਤ ਲੰਗਰ ਲਾ ਦਿੱਤਾ ਹੈ ਦੁੱਖਾਂ ਨੂੰ ਨਿਵਾਰਨੇ ਦਾ। ਸਾਨੂੰ ਬਾਹਰਲੇ ਦੁੱਖ ਨਜ਼ਰ ਆਉਂਦੇ ਹਨ, ਜਿਹੜੇ ਅੰਤਰੀਵੀ ਦੁੱਖ ਨੇ ਉਧਰ ਉਸ ਪਾਸੇ ਸਾਡਾ ਧਿਆਨ ਨਹੀਂ ਹੈ। ਸਾਧਕ ਆਪਣੇ ਅੰਤਰੀਵੀ ਦੁੱਖਾਂ ਨੂੰ ਵੇਖਦਾ ਹੈ, ਜਨਮ ਮਰਨ ਦੀ ਪੀੜਾ ਨੂੰ ਦੁੱਖ ਮਹਿਸੂਸ ਕਰਦਾ ਹੈ, ਵਿਕਾਰਾਂ ਦੇ ਦੁੱਖਾਂ ਨੂੰ ਮਹਿਸੂਸ ਕਰਕੇ ਬੇਨਤੀ ਕਰਦਾ ਹੈ, ਪ੍ਰਭੂ ਕਿਰਪਾ ਕਰਕੇ ਨਾ ਦੁੱਖਾਂ ਦੀ ਨਿਰਵਿਰਤੀ ਕਰੋ। ਤੋ ਸਤਿਗੁਰੂ ਜੀ ਹਰੀ ਦੇ ਨਾਮ ਦੀ ਦਾਤ ਬਖਸ਼ਦੇ ਹਨ। ਜਿਸ ਨਾਮ ਦੇ ਜਾਪ ਨੂੰ ਜਪ ਕੇ ਸੁਖ ਪ੍ਰਾਪਤ ਹੁੰਦਾ ਹੈ ਔਰ ਸਰਬ ਦੁੱਖਾਂ ਦੀ ਨਿਰਵਿਰਤੀ ਹੋ ਜਾਂਦੀ ਹੈ। ਸਾਰਸਨਾ ਧਨ ਧਨ ਹੈ ਮੇਰੀ ਜਿੰਦੜੀਏ, ਗੁਣ ਗਾਵੇ ਹਰ ਪ੍ਰਭ ਕੇਰੇ RAM। ਸਤਿਗੁਰੂ ਜੀ ਫਰਮਾਉਂਦੇ ਆ ਚੌਥੇ ਪਾਤਸ਼ਾਹ, ਹੇ ਮੇਰੀਏ ਜਿੰਦੇ ਉਹ ਰਸਨਾ ਧਨ ਹੈ, ਉਹ ਜ਼ੁਬਾਨ ਧਨ ਹੈ, ਉਹ ਰਸਨਾ ਧਨ ਹੈ ਜਿਹੜੀ ਰਸਨਾ ਹਰੀ ਦੇ ਗੁਣ ਗਾਉਂਦੀ ਹੈ। ਗੁਣ ਗਾਵੇ ਹਰ ਪ੍ਰਭ ਕੇਰੇ RAM, ਜਿਹੜੀ ਰਸਨਾ ਉਸ ਹਰੀ ਪ੍ਰਭੂ ਪਰਮੇਸ਼ਰ ਦੇ ਗੁਣ ਗਾਵੇ ਉਹ ਰਸਨਾ ਧਨ ਹੈ। ਰਸਨਾ ਜਪੈ ਨਾ ਨਾਮ, ਤਿਲ ਤਿਲ ਕਰ ਕੱਟੀਐ। ਤੇ ਜਿਹੜੀ ਰਸਨਾ ਨਹੀਂ ਜਪਦੀ ਪਰਮੇਸ਼ਰ ਦਾ ਨਾਮ, ਪਾਤਸ਼ਾਹ ਕਹਿੰਦੇ ਉਹਨੂੰ ਤਿਲ ਤਿਲ ਕਰਕੇ ਕੱਟ ਦਈਏ। ਜਿਹਵਾ ਜਪ ਗੁਰ ਨਾਉ, ਇਹ ਜ਼ੁਬਾਨ ਤਾਂ ਮਿਲੀ ਪਰਮੇਸ਼ਰ ਦਾ ਜਾਪ ਜਪਣ ਲਈ ਆ, ਉਹਦੇ ਨਾਮ ਨੂੰ ਆਰਾਧਣ ਲਈ। ਤੋ ਗਰੀਬ ਨਵਾਜ ਸਾਹਿਬ ਫਰਮਾਉਂਦੇ ਉਹ ਰਸਨਾ ਧਨ ਹੈ, ਉਹ ਜ਼ੁਬਾਨ ਧਨ ਹੈ ਜਿਹੜੀ ਰਸਨਾ ਉਸ ਹਰੀ ਪ੍ਰਭੂ ਪਰਮੇਸ਼ਰ ਦੇ ਗੁਣ ਗਾਉਂਦੀ ਹੈ। ਹਾਂਜੀ। ਤੇ ਸ਼ਰਵਣ ਭਲੇ ਸ਼ੋਭ ਅਨੇਕ ਹੈ ਮੇਰੀ ਜਿੰਦੜੀਏ, ਹਰ ਕੀਰਤਨ ਸੁਣ ਹੈ ਹਰ ਤੇਰੇ RAM। ਤੇ ਸਰਵਣ ਕਹਿੰਦੇ ਨੇ ਕੰਨਾਂ ਨੂੰ। ਪਾਤਸ਼ਾਹ ਕਹਿੰਦੇ ਉਹ ਕੰਨ ਭਲੇ ਹਨ, ਉਹ ਕੰਨ ਸ਼ੋਭਨੀਕ ਹਨ ਮੇਰੀਏ ਜਿੰਦੇ, ਜਿਨ੍ਹਾਂ ਕੰਨਾਂ ਨਾਲ ਹਰੀ ਦਾ ਕੀਰਤਨ ਸੁਣੀਦਾ ਹੈ। ਹਰ ਕੀਰਤਨ ਸੁਣ ਹੈ ਹਰ ਤੇਰੇ RAM। ਹੈ ਹਰੀ ਜਿਹੜੇ ਤੇਰੇ ਬਣ ਕੇ ਤੇਰਾ ਕੀਰਤਨ ਸੁਣਦੇ ਨੇ, ਉਹਨਾਂ ਦੇ ਸ਼ਰਵਣ, ਉਹਨਾਂ ਦੇ ਕੰਨ ਸ਼ੋਭਨੀਕ ਤੇ ਭਲੇ ਹਨ। ਪਾਤਸ਼ਾਹ ਦੇ ਬਚਨ ਨੇ ਸੋਏ ਸੁਣੰਦੜੀ, ਮੇਰਾ ਤਨ ਮਨ ਮੌਲਾ ਨਾਮ ਜਪੰਦੜੀ, ਲਾਲੀ ਪੰਧ ਜੁਲੰਦੜੀ ਮੇਰਾ ਅੰਦਰ ਠੰਡਾ, ਗੁਰ ਦਰਸ਼ਨ ਦੇਖ ਨਿਹਾਲੀ। ਮਹਾਰਾਜ ਸੋਏ ਸੁਣੰਦੜੀ, ਸੋਏ ਦਾ ਮਤਲਬ ਹੁੰਦਾ ਸੋਭਾ। ਮਹਾਰਾਜ ਤੇਰੀ ਸੋਭਾ ਸੁਣ ਕੇ ਮੇਰਾ ਤਨ ਤੇ ਮਨ ਮੌਲਿਆ ਜਾਂਦਾ ਹੈ। ਸੋਏ ਸੁਣੰਦੜੀ ਮੇਰਾ ਤਨ ਮਨ ਮੌਲਾ, ਮੌਲੇ ਦਾ ਮਤਲਬ ਹੁੰਦਾ ਖੇੜੇ 'ਚ ਆ ਜਾਂਦਾ, ਹਿਰਦਾ ਖੇੜੇ ਵਿੱਚ ਖਿੜ ਜਾਂਦਾ ਹੈ। ਜਦੋਂ ਮਹਾਰਾਜ ਜੀ ਤੁਹਾਡੀ ਸੋਭਾ ਸੁਣਦੇ ਹਾਂ, ਜਦੋਂ ਤੁਹਾਡਾ ਕੀਰਤਨ ਸੁਣਦੇ ਹਾਂ, ਜਦੋਂ ਤੁਹਾਡੀ ਵਡਿਆਈ ਸੁਣਦੇ ਹਾਂ, ਤੁਹਾਡੀ ਅੰਮ੍ਰਿਤ ਰੂਪ ਬਾਣੀ ਸੁਣਦੇ ਹਾਂ, ਤਾਂ ਮੇਰਾ ਤਨ ਮਨ ਮੌਲਿਆ ਜਾਂਦਾ ਹੈ। ਤੇ ਜਦੋਂ ਨਾਮ ਜਪੀਦਾ ਤਾਂ ਹਿਰਦਾ ਤੁਹਾਡੇ ਪ੍ਰੇਮ ਦੇ ਰੰਗ ਵਿੱਚ ਰੰਗਿਆ ਜਾਂਦਾ। ਨਾਮ ਜਪੰਦੜੀ ਲਾਲੀ, ਨਾਮ ਜਪਦਿਆਂ ਹਿਰਦਾ ਤੁਹਾਡੇ ਪ੍ਰੇਮ ਰੰਗ ਵਿੱਚ ਰੰਗਿਆ ਜਾਂਦਾ, ਲਾਲੀ ਆ ਜਾਂਦੀ ਹੈ। ਕੋਈ ਖੁਸ਼ ਹੋਵੇ ਨਾ ਕਹਿੰਦੇ ਬੜੀ ਲਾਲੀ ਅੱਜ ਚਿਹਰੇ ਤੇ, ਕਹਿੰਦੇ ਖੇੜਾ ਆ ਜਾਂਦਾ ਨਾਮ ਜਪ ਕੇ। ਤੇ ਜਦੋਂ ਚੱਲ ਕੇ ਤੁਹਾਡੇ ਸਥਾਨ ਨੂੰ ਜਾਈਏ, ਪੰਧ ਜੁਲੰਦੜੀ, ਪੰਧ ਦਾ ਮਤਲਬ ਹੁੰਦਾ ਰਾਹ। ਜਦੋਂ ਤੁਹਾਡੇ ਰਸਤੇ ਤੇ ਮਹਾਰਾਜ ਤੁਹਾਡੇ ਸਥਾਨ ਦੀ ਯਾਤਰਾ ਵਾਸਤੇ ਟੁਰੀਏ ਘਰੋਂ, ਤੇ ਮਹਾਰਾਜ ਜੀ ਉਸ ਵੇਲੇ ਹਿਰਦਾ ਖਿੜ ਜਾਂਦਾ, ਅੰਦਰ ਠੰਡਾ ਹੋ ਜਾਂਦਾ। ਤੇ ਜਦੋਂ ਆ ਕੇ ਦਰਸ਼ਨ ਕਰੀਦੇ ਨੇ ਮਹਾਰਾਜ, ਦਰਸ਼ਨ ਕਰਕੇ ਹਿਰਦਾ ਨਿਹਾਲ ਨਿਹਾਲ ਹੋ ਜਾਂਦਾ ਹੈ।
ਪੰਧ ਜੁਲੰਦੜੀ ਮੇਰਾ ਅੰਦਰ ਠੰਡਾ, ਗੁਰ ਦਰਸ਼ਨ ਦੇਖ ਨਿਹਾਲੀ। ਮਹਾਰਾਜ ਦਰਸ਼ਨ ਕਰਕੇ ਹਿਰਦਾ ਨਿਹਾਲ ਹੋ ਜਾਂਦਾ ਹੈ। ਇਹ ਸਰੀਰ ਦੀਆਂ ਇੰਦਰੀਆਂ ਸਫਲੀਆਂ ਹੋ ਜਾਂਦੀਆਂ ਹਨ, ਸ਼ਰਵਣ ਸਫਲੇ ਹੋ ਜਾਂਦੇ, ਭਲੇ ਤੇ ਸ਼ੋਭਨੀਕ ਹੋ ਜਾਂਦੇ ਨੇ ਜਦੋਂ ਹਰੀ ਦੇ ਬਣ ਕੇ ਹਰੀ ਦਾ ਕੀਰਤਨ ਸੁਣੀਏ। ਹਰ ਕੀਰਤਨ ਸੁਣੈ ਹਰ ਤੇਰੇ ਰਾਮ। ਇਹ ਹਰੀ ਜਿਹੜੇ ਤੇਰੇ ਬਣ ਕੇ ਤੇਰਾ ਕੀਰਤਨ ਸੁਣਦੇ ਹਨ, ਉਹਨਾਂ ਦੇ ਸਰਵਣ ਭਲੇ ਹਨ, ਉਹਨਾਂ ਦੇ ਸ਼ਰਵਣ ਸ਼ੋਭਨੀਕ ਹਨ। ਸੋ ਸੀਸ ਭਲਾ ਪਵਿੱਤਰ ਪਾਵਨ ਹੈ ਮੇਰੀ ਜਿੰਦੜੀਏ, ਜੋ ਜਾਏ ਲੱਗੈ ਗੁਰ ਪੈਰੇ RAM। ਉਹ ਸੀਸ ਭਲਾ, ਉਹ ਸੀਸ ਪਵਿੱਤਰ ਤੇ ਪਾਵਨ ਹੈ ਮੇਰੀਏ ਜਿੰਦੇ, ਜਿਹੜਾ ਸੀਸ ਗੁਰੂ ਦੇ ਚਰਨਾਂ ਤੇ ਜਾ ਕੇ ਸਜਦਾ ਕਰਦਾ, ਜਿਹੜਾ ਸੀਸ ਗੁਰੂ ਦੇ ਚਰਨਾਂ ਤੇ ਝੁਕਦਾ ਹੈ, ਉਹ ਸੀਸ ਭਲਾ ਹੈ, ਉਹ ਸੀਸ ਪ੍ਰਵਾਨ, ਉਹ ਸੀਸ ਪਵਿੱਤਰ ਹੈ। ਪਾਟਲੀ ਪੁੱਤਰ ਦਾ ਬੜਾ ਪ੍ਰਸਿੱਧ ਸਮਰਾਟ ਹੈ, ਸਮਰਾਟ ਅਸ਼ੋਕ। ਬੜਾ ਵੱਡਾ ਰਾਜ ਸੀ ਇਹਦਾ। ਪਟਨਾ ਸਾਹਿਬ ਦਾ ਜਿਤਨਾ ਇਲਾਕਾ ਹੈ ਉਧਰ ਇਸ ਦੇ ਰਾਜ ਦਾ ਗੜ੍ਹ ਸੀ, ਸਮਰਾਟ ਅਸ਼ੋਕ। ਬੜਾ ਕੁਝ ਜਿੱਤਿਆ। ਅਖੀਰ ਨੂੰ ਜਦੋਂ ਇਹਨੇ ਬੁੱਧ ਧਰਮ ਧਾਰਨ ਕਰ ਲਿਆ ਤੇ ਸ਼ਸਤਰ ਛੱਡ ਦਿੱਤੇ, ਇੱਕ ਦਿਨ ਸਮਰਾਟ ਅਸ਼ੋਕ ਆਪਣੀ ਰਾਜਧਾਨੀ ਵਿੱਚ ਇੱਕ ਬਾਜ਼ਾਰ 'ਚ ਤੁਰਿਆ ਜਾ ਰਿਹਾ ਹੈ ਤੇ ਤੁਰੇ ਜਾਂਦੇ ਨੇ ਵੇਖਿਆ ਕਿ ਇੱਕ ਮਹਾਤਮਾ, ਇੱਕ ਫਕੀਰ ਬੈਠਾ ਹੈ। ਉਸ ਫਕੀਰ ਨੂੰ ਵੇਖ ਕੇ ਸਮਰਾਟ ਅਸ਼ੋਕ ਨੇ ਉਹਦੇ ਪੈਰਾਂ ਤੇ ਮੱਥਾ ਟੇਕਿਆ, ਉਹਨੂੰ ਨਮਸਕਾਰ ਕੀਤੀ ਤੇ ਅੱਗੇ ਚੱਲ ਪਿਆ। ਨਾਲ ਵਜ਼ੀਰ ਸੀ। ਵਜ਼ੀਰ ਕਹਿਣ ਲੱਗਾ ਵੀ ਤੂੰ ਐਡਾ ਵੱਡਾ ਸਮਰਾਟ ਹੈ, ਬਾਦਸ਼ਾਹ ਹੈ, ਤੇਰੇ ਨਾਮ ਦੇ ਸਤੰਭ ਨੇ, ਚੱਕਰ ਨੇ, ਤੂੰ ਇਤਨਾ ਚੱਕਰਵਰਤੀ ਸਮਰਾਟ ਹੈ ਤੇ ਇੱਕ ਰਾਹ ਬੈਠੇ ਮੰਗਤੇ ਤੇ ਭਿਖਾਰੀ ਦੇ ਪੈਰਾਂ ਤੇ ਮੱਥਾ ਟੇਕੇ, ਤੈਨੂੰ ਸੋਭਦਾ ਨਹੀਂ। ਤੇਰੀ ਪਦਵੀ ਇਸ ਗੱਲ ਦੀ ਤੈਨੂੰ ਇਜਾਜ਼ਤ ਨਹੀਂ ਦਿੰਦੀ ਵੀ ਤੂੰ ਐਡਾ ਵੱਡਾ ਸਮਰਾਟ ਹੈ ਤੇ ਰਾਹ ਵਿੱਚ ਬੈਠੇ ਫਬਰੇ ਉਹ ਕੌਣ ਸੀ ਕੌਣ ਨਹੀਂ, ਉਹਨੂੰ ਤੂੰ ਮੱਥਾ ਟੇਕਦਾ ਸੀਸ ਝੁਕਾ ਕੇ। ਵਜ਼ੀਰ ਨੇ ਆਪਣਾ ਤਰਕ ਦਿੱਤਾ। ਸਮਰਾਟ ਅਸ਼ੋਕ ਵਜ਼ੀਰ ਨੂੰ ਕਹਿਣ ਲੱਗਾ, ਇਹਦਾ ਜਵਾਬ ਮੈਂ ਤੈਨੂੰ ਬਾਅਦ ਚ ਦਿਆਂਗਾ। ਇੱਕ ਕੰਮ ਕਰ, ਅੱਜ ਜਿਹੜੇ ਸ਼ਿਕਾਰ ਕੀਤੇ ਨੇ ਜਾਨਵਰ, ਉਹਨਾਂ ਸ਼ਿਕਾਰੀਆਂ ਦੇ ਜਿਹੜੇ ਉਹਨਾਂ ਦੇ ਸਿਰ ਵੱਢੇ ਐ, ਉਹਨਾਂ ਦੀਆਂ ਜਿਹੜੀਆਂ ਸਿਰੀਆਂ ਨੇ, ਸਿਰ, ਉਹ ਬਾਜ਼ਾਰ ਵਿੱਚ ਜਾ ਕੇ ਵੇਚ ਕੇ ਆ। ਕੁਝ ਜਾਨਵਰਾਂ ਦਾ ਸ਼ਿਕਾਰ ਕੀਤਾ ਸੀ, ਕੋਈ ਬੱਕਰਾ ਕੱਟਿਆ ਸੀ, ਕੋਈ ਹਿਰਨ ਕੱਟਿਆ ਸੀ, ਉਹਨਾਂ ਦੇ 2-3 ਸਿਰ ਵਜ਼ੀਰ ਨੇ ਲਏ, ਬਾਜ਼ਾਰ 'ਚ ਵੇਚਣ ਟੁਰਿਆ ਤੇ ਬਾਜ਼ਾਰ 'ਚ ਖਰੀਦਦਾਰ ਵੀ ਸੀ, ਸਿਰੀ ਉਹਨਾਂ ਨੇ ਖਰੀਦ ਲਈ, ਸਿਰ ਖਰੀਦ ਲਏ ਜਿਹੜੇ ਮਾਸ ਖਾਣ ਦੇ ਇੱਛੁਕ ਹੁੰਦੇ। ਫਿਰ ਕਹਿਣ ਲੱਗਾ ਵੀ ਆਪਣੇ ਨਗਰ ਦੇ ਵਿੱਚ ਕੋਈ ਮੁਰਦਾ ਮਨੁੱਖ ਹੋਵੇ ਜੋ ਅੱਜ ਹੀ ਮਰਿਆ ਹੋਵੇ, ਉਹਦਾ ਸਿਰ ਕੱਟ ਤੇ ਉਹ ਜਾ ਕੇ ਬਾਜ਼ਾਰ 'ਚ ਵੇਚ ਕੇ ਆ। ਦੇਵ ਨੇ ਤਾਂ ਉਸੇ ਦਿਨ ਇੱਕ ਮਨੁੱਖ ਉੱਥੇ ਸ਼ਹਿਰ 'ਚ ਮਰਿਆ, ਉਹਦਾ ਸਿਰ ਕੱਟਿਆ ਹੋਇਆ ਸੀ। ਉਹ ਸਿਰ ਲੈ ਕੇ ਤੇ ਗਲੀਆਂ ਵਿੱਚ, ਬਾਜ਼ਾਰ ਵਿੱਚ, ਦੁਕਾਨਾਂ ਤੇ ਜਾ ਕੇ ਕਹਿੰਦਾ ਸਿਰ ਖਰੀਦ ਲਓ। ਉਹ ਆਖਣ ਬੰਦੇ ਦਾ ਸਿਰ ਇਹ ਸਾਡੇ ਕਿਸ ਕੰਮ ਦਾ? ਤੂੰ ਪਹਿਲਾਂ ਜਾਨਵਰ ਦਾ ਲਿਆਇਆ ਸੀ ਸਿਰ, ਬੱਕਰੇ ਦਾ, ਉਹ ਤਾਂ ਸਾਡੇ ਕੰਮ ਦਾ, ਅਸੀਂ ਖਾਵਾਂਗੇ, ਇਹ ਸਾਡੇ ਕਿਹੜਾ ਖਾਣ ਦੇ ਕੰਮ ਆਉਣਾ? ਨਾਲੇ ਸਿਰ ਖਰੀਦ ਕੇ ਅਸੀਂ ਮਰਨਾ। ਬੰਦੇ ਦਾ ਸਿਰ ਖਬਰੇ ਤੂੰ ਕਿੱਥੋਂ ਕੱਟ ਕੇ ਲਿਆਇਆ? ਕਿਸੇ ਨੇ ਨਹੀਂ ਖਰੀਦਿਆ। ਕਹਿੰਦਾ ਜੀ ਇਹਦਾ ਸਿਰ ਤਾਂ ਬੰਦੇ ਦਾ ਕੋਈ ਖਰੀਦਦਾ ਹੀ ਨਹੀਂ। ਸਮਰਾਟ ਅਸ਼ੋਕ ਕਹਿੰਦਾ ਜਾ ਮੁਫਤ ਦੇ ਆ, ਜੇ ਕੋਈ ਖਰੀਦਦਾ ਨਹੀਂ ਤੇ ਫਰੀ ਦੇ ਆ।
ਮੁਫਤ ਤਾਂ ਕੋਈ ਲੈ ਹੀ ਲਵੇਗਾ ਨਾ, ਮੁਫਤ ਨੂੰ ਤਾਂ ਕੋਈ ਨਾ ਨਹੀਂ ਕਰਦਾ। ਇਹ ਦੁਬਾਰਾ ਗਿਆ, ਕਹਿੰਦਾ ਮੁਫਤ ਲੈ ਲਓ। ਬੜੀਆਂ ਦੁਕਾਨਾਂ ਤੇ ਫਿਰਿਆ, ਕੋਈ ਮੁਫਤ ਵੀ ਨਾ ਲਵੇ। ਕਹਿੰਦੇ ਅਸੀਂ ਕੀ ਕਰਨਾ ਮੁਫਤ ਵੀ, ਇਹਨੂੰ ਇਹ ਸਾਡੇ ਕਿਹੜੇ ਕੰਮ ਦਾ। ਵਾਪਸ ਲੈ ਆਇਆ, ਕਹਿੰਦਾ ਸਮਰਾਟ ਅਸ਼ੋਕ ਇਹਨੂੰ ਤਾਂ ਕੋਈ ਮੁਫਤ ਵੀ ਨਹੀਂ ਲੈਂਦਾ। ਸਮਰਾਟ ਅਸ਼ੋਕ ਬੋਲਿਆ, ਕਹਿੰਦਾ ਵਜ਼ੀਰ ਬੰਦੇ ਦੇ ਸਿਰ ਦੀ ਇੱਕ ਹਾਲਤ ਹੈ ਵੀ ਇਹਨੂੰ ਕੋਈ ਮੁਫਤ ਵੀ ਨਹੀਂ ਲੈਂਦਾ, ਵੀ ਇਸ ਦੇ ਸਿਰ ਨਾਲੋਂ ਤਾਂ ਜਾਨਵਰ ਦਾ ਸਿਰ ਕੀਮਤੀ ਹੈ, ਲੋਕ ਮੁੱਲ ਖਰੀਦਦੇ ਆ। ਮੇਰਾ ਇਹੋ ਜਿਹਾ ਸਿਰ ਜਿਹਦਾ ਕੋਈ ਮੁੱਲ ਹੀ ਨਹੀਂ, ਜਿਹਨੂੰ ਕੋਈ ਮੁਫਤ ਵੀ ਨਾ ਲਵੇ, ਜੇ ਮੈਂ ਕਿਸੇ ਮਹਾਂਪੁਰਸ਼ ਮਹਾਤਮਾ ਦੇ ਚਰਨਾਂ ਤੇ ਰੱਖ ਕੇ ਮੱਥਾ ਟੇਕ ਦਿੱਤਾ ਤੇ ਇਹਦਾ ਕੀ ਘਟ ਗਿਆ। ਸਗੋਂ ਇਹ ਪਵਿੱਤਰ ਹੋ ਗਿਆ, ਪਾਵਨ ਹੋ ਗਿਆ, ਕਿਸੇ ਸਾਧੂ ਦੇ ਚਰਨਾਂ ਨੂੰ ਸਪਰਸ਼ ਕਰਦੇ ਆ। ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਫਰਮਾਉਂਦੇ, ਉਹ ਸੀਸ ਭਲਾ, ਉਹ ਸੀਸ ਪਵਿੱਤਰ ਤੇ ਪਾਵਨ ਹੈ ਮੇਰੀਏ ਜਿੰਦੇ, ਜਿਹੜਾ ਸਿਰ, ਜਿਹੜਾ ਸੀਸ ਗੁਰੂ ਦੇ ਚਰਨਾਂ ਤੇ ਜਾ ਕੇ ਪਵੇ, ਜਿਹੜਾ ਗੁਰੂ ਚਰਨਾਂ ਵਿੱਚ ਜਾ ਕੇ ਝੁਕੇ। ਜਿਹੜਾ ਸਿਰ ਥਾਂ ਥਾਂ ਤੇ ਝੁਕਦਾ ਫਿਰੇ ਉਹ ਪ੍ਰਵਾਨ ਨਹੀਂ। ਜਿਹੜਾ ਮੜੀਆਂ ਕਬਰਾਂ ਤੇ ਜਾ ਕੇ ਜੰਡਾਂ ਅੱਗੇ ਝੁਕਦਾ ਫਿਰੇ, ਪੀਰਾਂ ਦੀਆਂ ਕਬਰਾਂ ਤੇ ਜਾ ਕੇ ਝੁਕਦਾ ਫਿਰੇ, ਉਹ ਸਿਰ ਪ੍ਰਵਾਨ ਨਹੀਂ। ਪਾਤਸ਼ਾਹ ਕਹਿੰਦੇ ਉਹ ਸਿਰ ਪਵਿੱਤਰ ਤੇ ਪਾਵਨ ਹੈ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਆ ਕੇ ਝੁਕਦਾ ਹੈ। ਉਹ ਸੀਸ ਪਵਿੱਤਰ ਹੈ, ਉਹ ਸੀਸ ਪਾਵਨ ਹੋ ਜਾਂਦਾ। ਹਾਂਜੀ, ਗੁਰ ਵਿਟਹੁ ਨਾਨਕ ਵਾਰਿਆ ਮੇਰੀ ਜਿੰਦੜੀਏ, ਜਿਨ ਹਰ ਹਰ ਨਾਮ ਚਤੇਰੇ RAM। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ, ਮੈਂ ਆਪਣੇ ਗੁਰੂ ਤੋਂ ਵਾਰੇ ਜਾਂਦਾ ਹਾਂ, ਹੇ ਮੇਰੀਏ ਜਿੰਦੇ, ਜਿਸ ਨੇ ਮੈਨੂੰ ਹਰੀ ਦਾ ਨਾਮ ਚੇਤੇ ਕਰਾਇਆ। ਜਿਨ ਹਰ ਹਰ ਨਾਮ ਚਤੇਰੇ RAM, ਜਿਨ੍ਹਾਂ ਨੇ ਮੈਨੂੰ ਹਰੀ ਦਾ ਨਾਮ ਚੇਤੇ ਕਰਾਇਆ। ਮੈਂ ਆਪਣੇ ਐਸੇ ਗੁਰੂ ਤੋਂ ਬਲਿਹਾਰ, ਐਸੇ ਗੁਰੂ ਤੋਂ ਵਾਰੇ ਵਾਰੇ ਜਾਈਏ, ਐਸੇ ਗੁਰੂ ਤੋਂ ਬਲਿਹਾਰ ਜਾਈਏ। ਤੇ ਨੇਤਰ ਭਲੇ ਪਰਵਾਨ ਹੈ ਮੇਰੀ ਜਿੰਦੜੀਏ, ਜੋ ਸਾਧੂ ਸਤਿਗੁਰ ਦੇਖੈ RAM। ਸਾਹਿਬ ਕਹਿੰਦੇ ਉਹ ਨੇਤਰ ਭਲੇ, ਉਹ ਅੱਖਾਂ, ਉਹ ਨੇਤਰ ਭਲੇ ਤੇ ਪ੍ਰਵਾਨ ਨੇ, ਹੈ ਮੇਰੀਏ ਜਿੰਦੇ, ਜਿਨ੍ਹਾਂ ਨੇਤਰਾਂ ਨਾਲ ਸਾਧੂਆਂ ਦੇ ਦਰਸ਼ਨ ਕਰੀਏ ਤੇ ਸਤਿਗੁਰਾਂ ਦੀ ਮੂਰਤ ਦੇ ਦੀਦਾਰ ਕਰੀਏ। ਉਹ ਨੇਤਰ ਭਲੇ, ਉਹ ਨੇਤਰ ਪ੍ਰਵਾਨ, ਉਹ ਨੇਤਰ ਸ਼ੋਭਨੀਕ, ਜਿਨ੍ਹਾਂ ਨੇਤਰਾਂ ਨਾਲ ਸਤਿਗੁਰਾਂ ਦੇ ਦਰਸ਼ਨ ਕਰੀਏ। ਜੋ ਸਾਧੂ ਸਤਿਗੁਰ ਦੇਖੈ RAM। ਸਤਿਗੁਰੂ ਜੀ ਸਾਧੂ ਰੂਪ ਨੇ ਤੇ ਸਤਿਗੁਰੂ ਜੀ ਦੇ ਜਿਹੜੇ ਦਰਸ਼ਨ ਕਰਦੇ ਹਨ ਉਹ ਨੇਤਰ ਭਲੇ ਹੋ ਗਏ, ਉਹ ਨੇਤਰ ਪ੍ਰਵਾਨ ਹੋ ਗਏ। ਐਸੇ ਸਤਿਗੁਰਾਂ ਦੇ ਦਰਸ਼ਨਾਂ ਦਾ ਪ੍ਰਤਾਪ ਹੈ। ਇੱਕ ਸੱਜਣ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛਿਆ, ਮਹਾਰਾਜ ਤੁਹਾਡੇ ਦਰਸ਼ਨਾਂ ਦਾ ਪ੍ਰਤਾਪ, ਗੁਰੂ ਦਰਸ਼ਨਾਂ ਦਾ ਪ੍ਰਤਾਪ। ਮਹਾਰਾਜ ਜੀ ਕਹਿੰਦੇ, ਜਾ ਇੱਕ ਦਰਖਤ ਹੈ ਉੱਥੇ ਚਲਾ ਜਾ, ਉੱਥੇ ਜਵਾਬ ਮਿਲੇਗਾ। ਉੱਥੇ ਕਾਵਾਂ ਦਾ ਜੋੜਾ ਬੈਠਾ ਸੀ। ਇਹ ਜਾ ਕੇ ਉਹਨਾਂ ਕੋਲ ਵੇਖਿਆ ਉਹਨਾਂ ਨੂੰ, ਤੇ ਉਹ ਕਾਂ ਜਿਹੜੇ ਸੀ ਬਗਲੇ ਬਣ ਗਏ। ਇਹਨੂੰ ਵੇਖਦੇ ਆ, ਵਾਪਸ ਆਇਆ, ਸਮਝ ਨਹੀਂ ਆਈ, ਕਹਿੰਦਾ ਜੀ ਪਤਾ ਨਹੀਂ ਲੱਗਾ। ਮਹਾਰਾਜ ਕਹਿੰਦੇ ਕੱਲ ਫੇਰ ਜਾਈ। ਅਗਲੇ ਦਿਨ ਗਿਆ ਤੇ ਉਹ ਬਗਲਿਆਂ ਤੋਂ ਹੰਸ ਹੋ ਗਏ। ਇਹਨੂੰ ਵੇਖਦੇ ਆ, ਵਾਪਸ ਆ ਗਿਆ, ਸਮਝ ਨਹੀਂ ਪਈ। ਮਹਾਰਾਜ ਕਹਿੰਦੇ ਕੱਲ ਫੇਰ ਜਾਈ। ਜਦੋਂ ਅਗਲੇ ਦਿਨ ਪਹੁੰਚਿਆ ਤੇ ਜਦੋਂ ਹੰਸਾਂ ਵੱਲ ਵੇਖਿਆ ਤੇ ਹੰਸ ਵੇਖਦਿਆਂ ਮਨੁੱਖੀ ਸਰੀਰ ਵਿੱਚ ਆ ਗਏ, ਮਾਨਵੀ ਜੋੜੇ 'ਚ।
ਫਿਰ ਉਹਨਾਂ ਨੂੰ ਪੁੱਛਦਾ ਮਹਾਰਾਜ ਜੀ ਵੀ ਦੱਸੋ ਕੀ ਗੁਰੂ ਦਰਸ਼ਨਾਂ ਦਾ ਕੀ ਮਹਾਤਮ। ਕਹਿੰਦੇ ਗੁਰੂ ਦਰਸ਼ਨਾਂ ਦਾ ਹੀ ਮਹਾਤਮ ਹੈ ਕਿ ਤੂੰ ਗੁਰੂ ਦੇ ਦਰਸ਼ਨ ਕਰਕੇ ਆਇਆ ਤੇ ਜਿਨ੍ਹਾਂ ਅੱਖਾਂ ਨਾਲ ਆ ਕੇ ਸਾਨੂੰ ਵੇਖਿਆ, ਅਸੀਂ ਕਾਂ ਤੋਂ ਬਗਲੇ, ਬਗਲਿਆਂ ਤੋਂ ਹੰਸ ਤੇ ਹੰਸ ਤੋਂ ਮਨੁੱਖ ਹੋ ਕੇ ਹੁਣ ਮੁਕਤ ਹੋ ਗਏ ਆ। ਤੂੰ ਤਾਂ ਦਰਸ਼ਨ ਕਰਕੇ ਆਇਆ, ਤੈਨੂੰ ਕਿੰਨਾ ਫਲ ਪ੍ਰਾਪਤ ਹੋਵੇਗਾ। ਤੇ ਜਿਨ੍ਹਾਂ ਨੇਤਰਾਂ ਨਾਲ ਤੈਂ ਦਰਸ਼ਨ ਕੀਤੇ ਉਹਨਾਂ ਨਾਲ ਆ ਕੇ ਸਾਨੂੰ ਵੇਖਿਆ, ਅਸੀਂ ਕਿਰਤਾਰਥ ਹੋ ਗਏ ਆ। ਤੇ ਜੇ ਤੂੰ ਦਰਸ਼ਨ ਕੀਤੇ ਨੇ ਤੈਨੂੰ ਕਿੱਡਾ ਮਹਾਤਮ ਮਿਲਿਆ ਹੋਵੇਗਾ। ਗੁਰੂ ਦਰਸ਼ਨਾਂ ਦਾ ਮਹਾਤਮ ਬਹੁਤ ਹੈ। ਸਤਿਗੁਰੂ ਜੀ ਦੇ ਦਰਸ਼ਨਾਂ ਦਾ ਬੜਾ ਵੱਡਾ ਪ੍ਰਤਾਪ ਹੈ। ਇਸ ਕਰਕੇ ਗੁਰਸਿੱਖ ਗੁਰੂ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਹਰ ਵੇਲੇ ਆਪਣੇ ਹਿਰਦੇ 'ਚ ਜਗਿਆਸਾ ਰੱਖਦਾ ਹੈ। ਦਰਸ਼ਨ ਦੇਖ ਜੀਵਾ ਗੁਰ ਤੇਰਾ, ਦਰਸ਼ਨ ਦੇਖ ਜੀਵਾ ਗੁਰ ਤੇਰਾ, ਦਰਸ਼ਨ ਦੇਖ ਜੀਵਾ ਗੁਰ ਤੇਰਾ, ਦਰਸ਼ਨ ਦੇਖ ਜੀਵਾ ਗੁਰ ਤੇਰਾ। ਦਰਸ਼ਨ ਦੇਖ ਜੀਵਾ ਗੁਰ ਤੇਰਾ, ਦਰਸ਼ਨ ਦੇਖ ਜੀਵਾ ਗੁਰ ਤੇਰਾ। ਦਰਸ਼ਨ ਦੇਖ ਜੀਵਾ ਗੁਰ ਤੇਰਾ, ਦਰਸ਼ਨ ਦੇਖ ਜੀਵਾ ਗੁਰ ਤੇਰਾ। ਉਹ ਨੇਤਰ ਭਲੇ ਪ੍ਰਵਾਨ ਸ਼ੋਭਨੀਕ ਹਨ ਜਿਨ੍ਹਾਂ ਨੇਤਰਾਂ ਨਾਲ ਗੁਰੂ ਸਾਹਿਬ ਜੀ ਦੇ ਦਰਸ਼ਨ ਕਰੀਏ। ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਨਣਾ ਗੁਰ ਨਾਉ, ਸਤਿਗੁਰ ਸੇਤੀ ਰਤਿਆ ਦਰਗਹ ਪਾਈਐ ਠਾਉ। ਨੇਤਰਾਂ ਨਾਲ ਗੁਰੂ ਸਾਹਿਬ ਦੇ ਦਰਸ਼ਨ ਕਰੀਏ, ਨੇਤਰ ਸਫਲ ਤੇ ਪਵਿੱਤਰ ਹੋ ਜਾਂਦੇ ਹਨ। ਪੰਡਤ ਨਿਹਾਲ ਸਿੰਘ ਜੀ ਲਿਖਦੇ ਹਨ, ਨਿਰਮਲ ਸੰਪਰਦਾਇ ਦੇ ਵਿਭੂਸ਼ਣ ਹੋਏ ਪੰਡਤ ਨਿਹਾਲ ਸਿੰਘ ਜੀ, ਕਵੀ ਕੁਲ ਭੂਖਣ। ਉਹ ਕਹਿੰਦੇ ਦਰਸ ਪਰਸ ਕੀਨੋ ਗੁਰੂ ਗ੍ਰੰਥ ਮਹਾਰਾਜ ਜੂ ਕੇ, ਦਰਸ ਪਰਸ ਕੀਨੋ ਗੁਰੂ ਗ੍ਰੰਥ ਮਹਾਰਾਜ ਜੂ ਕੇ, ਪਾਪ ਜਨਮਾਂਤਰ ਕੇ ਪੁੰਨ ਰੂਪ ਧਾਰਤੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਪਰਸਣੇ ਨਾਲ ਜਨਮ ਜਨਮਾਂਤਰਾਂ ਦੇ ਕੀਤੇ ਹੋਏ ਪਾਪ ਪੁੰਨਾਂ ਵਿੱਚ ਤਬਦੀਲ ਹੋ ਜਾਂਦੇ ਹਨ। ਗੁਰੂ ਸਾਹਿਬ ਜੀ ਦੇ ਦਰਸ਼ਨਾਂ ਦਾ ਇਹ ਮਹਾਤਮ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰੀਏ, ਦੀਦਾਰ ਕਰੀਏ ਤਾਂ ਨੇਤਰ ਸਫਲੇ ਤੇ ਪ੍ਰਵਾਨ ਹੋ ਜਾਂਦੇ ਹਨ। ਤੇ ਹਸਤ ਪੁਨੀਤ ਪਵਿੱਤਰ ਹੈ ਮੇਰੀ ਜਿੰਦੜੀਏ, ਜੋ ਹਾਰ ਜਸ ਹਰ ਹਰ ਲੇਖ ਹੈ RAM। ਸਾਹਿਬ ਕਹਿੰਦੇ ਉਹ ਹੱਥ ਪੁਨੀਤ ਤੇ ਪਵਿੱਤਰ ਨੇ। ਉਹ ਹੱਥ ਪੁਨੀਤ ਨੇ, ਪਵਿੱਤਰ ਨੇ। ਕਿਹੜੇ ਹੱਥ ਜੀ? ਮਹਾਰਾਜ ਜੀ ਕਹਿੰਦੇ ਜਿਨ੍ਹਾਂ ਹੱਥਾਂ ਨਾਲ ਹਰੀ ਦਾ ਜਸ ਲਿਖੀਏ। ਜੋ ਹਰ ਜਸ ਹਰ ਹਰ ਲੇਖ ਹੈ RAM। ਜਿਹੜੇ ਹਰੀ ਦੇ ਜਸ ਨੂੰ, ਹਰੀ ਨੂੰ ਲਿਖਦੇ ਨੇ, ਉਹਦੀ ਵਡਿਆਈ ਲਿਖਦੇ ਨੇ, ਉਹ ਹੱਥ ਪਵਿੱਤਰ ਨੇ। ਅੱਜ ਕੱਲ੍ਹ ਤਾਂ ਪ੍ਰਿੰਟਿੰਗ ਪ੍ਰੈਸਾਂ ਆ ਗਈਆਂ, ਮਿੰਟਾਂ ਸਕਿੰਟਾਂ ਵਿੱਚ ਜਿਤਨੇ ਮਰਜ਼ੀ ਕਿਤਾਬਾਂ ਛਾਪ ਲਓ, ਜਿਤਨੇ ਮਰਜ਼ੀ ਨਿਤਨੇਮ ਦੀਆਂ ਪੋਥੀਆਂ ਛਾਪ ਲਓ, ਛਪ ਜਾਂਦੀਆਂ ਹਨ। ਪਹਿਲਾਂ ਹੱਥਾਂ ਨਾਲ ਲਿਖਿਆ ਕਰਦੇ। ਗੁਰਬਾਣੀ ਦੀਆਂ ਪੋਥੀਆਂ ਲਿਖਣੀਆਂ ਗੁਰਸਿੱਖਾਂ ਨੇ, ਨਿਤਨੇਮ ਦੀਆਂ ਪੋਥੀਆਂ ਲਿਖ ਕੇ ਇੱਕ ਦੂਜੇ ਨੂੰ ਦੇਣੀਆਂ ਨਿਤਨੇਮ ਕਰਨ ਵਾਸਤੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਿਖਣੇ, ਭਾਈ ਗੁਰਦਾਸ ਜੀ ਦੀਆਂ ਵਾਰਾਂ ਲਿਖਣੀਆਂ, ਕਵਿਤ ਸਵਈਏ ਲਿਖਣੇ, ਭਾਈ ਨੰਦ ਲਾਲ ਸਾਹਿਬ ਦੀ ਬਾਣੀ ਲਿਖਣੀ। ਹੱਥ ਲਿਖਤ ਖਜ਼ਾਨਾ ਗੁਰੂ ਪੰਥ ਦਾ ਬਹੁਤ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਹੁਤ ਹੱਥ ਲਿਖਤ ਸਵਰੂਪ ਪੰਥ ਕੋਲ ਸਨ। ਸਮਾਂ ਪਾ ਕੇ, ਲੋਕਾਂ ਦੀ ਅਣਗਹਿਲੀ ਕਰਕੇ ਉਹਨਾਂ ਆਖਿਆ ਜੀ ਪੁਰਾਤਨ ਹੋ ਗਏ ਨੇ, ਤੇ ਉਹਨਾਂ ਨੇ ਪੁਰਾਤਨ ਸਮਝ ਕੇ ਸੰਸਕਾਰ ਕਰ ਦਿੱਤਾ। ਹਾਲਾਂਕਿ ਕੋਈ ਵੀ ਹੱਥ ਲਿਖਤ ਪੋਥੀ ਕਿਸੇ ਵੀ ਮਾਈ ਭਾਈ ਕੋਲ ਹੋਵੇ,
ਉਹਨੂੰ ਸਾਂਭ ਕੇ ਰੱਖਣੀ ਚਾਹੀਦੀ ਹੈ। ਸਾਡਾ ਵਿਰਸਾ ਹੈ, ਇਹ ਸਾਡਾ ਖਜ਼ਾਨਾ ਹੈ। ਕਿਸੇ ਕੋਲ ਕੋਈ ਹੱਥ ਲਿਖਤ ਪੋਥੀ ਹੋਵੇ, ਕਿਸੇ ਕੋਲ ਕੋਈ ਹੱਥ ਲਿਖਤ ਮਹਾਰਾਜ ਜੀ ਦੀ ਬਾਣੀ ਦੀ ਸੈਂਚੀ ਹੋਵੇ ਜਾਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੋਵੇ, ਉਹਨੂੰ ਸੰਭਾਲ ਕੇ ਰੱਖੋ। ਉਹ ਪੰਥ ਦਾ ਖਜ਼ਾਨਾ ਹੈ। ਬੜਾ ਅਣਜਾਣ ਪੁਣੇ ਵਿੱਚ, ਪਹਿਲਾਂ ਅਣਭੋਲ ਪੁਣੇ ਵਿੱਚ ਇਹ ਖਜ਼ਾਨਾ ਅਸੀਂ ਸਮਾਪਤ ਕਰ ਬੈਠੇ ਹਾਂ। 84 ਦੇ ਸਮੇਂ ਹਮਲੇ ਦੇ ਦੌਰਾਨ ਸਾਡਾ ਕਿਤਨਾ ਹੀ ਖਜ਼ਾਨਾ ਸਰਕਾਰ ਲੈ ਗਈ। ਪਹਿਲਾਂ ਅੰਗਰੇਜ਼ ਲੈ ਗਏ। ਇੰਗਲੈਂਡ ਦੇ ਵਿੱਚ ਬਹੁਤ ਸਾਰਾ ਸਾਡਾ ਖਜ਼ਾਨਾ ਜੋ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਸੀ, ਗੁਰੂ ਗ੍ਰੰਥ ਸਾਹਿਬ ਦੇ ਲਿਖੇ ਸਰੂਪ, ਉਹ ਵੀ ਉਹ ਲੈ ਗਏ ਹੱਥ ਲਿਖਤ। ਹੁਣ ਵੀ ਪੰਥ ਕੋਲ ਹਾਲੇ ਵੀ ਬਹੁਤ ਸਰੂਪ ਹਨ, ਉਹ ਸੰਭਾਲ ਕੇ ਰੱਖਣੇ ਚਾਹੀਏ। ਜੇ ਪੁਰਾਤਨ ਪੋਥੀਆਂ ਹਨ, ਉਹਨਾਂ ਦੀ ਸੇਵਾ ਸੰਭਾਲ ਦਾ ਤਰੀਕਾ ਹੁੰਦਾ, ਉਹਨੂੰ ਤੁਸੀਂ ਸੂਤੀ ਕੱਪੜਾ ਹੋਵੇ ਕੋਟਨ ਦਾ, ਉਹਦੇ 'ਚ ਸੁਖਾਸਣ ਕਰਨਾ। ਕਦੇ ਵੀ ਮਹਾਰਾਜ ਜੀ ਦਾ ਸਰੂਪ ਹੋਵੇ, ਉਹਨੂੰ ਸਿੰਥੈਟਿਕ ਕੱਪੜੇ ਦੇ ਵਿੱਚ ਸੁਖਾਸਣ ਨਹੀਂ ਕਰਨਾ। ਸਿੰਥੈਟਿਕ ਕੱਪੜਾ ਜਿਹੜਾ ਹੁੰਦਾ ਹੈ ਉਹ ਸਲਾਬ ਨੂੰ ਨਹੀਂ ਸੋਖਦਾ। ਜਿਹੜਾ ਸੂਤੀ ਕੱਪੜਾ ਹੁੰਦਾ ਉਹਦੇ 'ਚ ਜਦੋਂ ਮਹਾਰਾਜ ਜੀ ਦਾ ਸੁਖਾਸਣ ਕਰੀਏ ਜਾਂ ਪੋਥੀਆਂ ਜਿਹੜੀਆਂ ਪੁਰਾਤਨ ਨੇ ਉਹਨਾਂ ਨੂੰ ਸੁਖਾਸਣ ਕਰੀਏ, ਤਾਂ ਉਸ ਕੱਪੜੇ ਦੇ ਵਿੱਚ ਇੱਕ ਉਹਦੇ ਧਾਗੇ ਦੇ ਵਿੱਚ ਇਹ ਕਲਾ ਹੁੰਦੀ ਹੈ ਸੂਤੀ ਦੇ, ਕਿ ਜੇ ਬਾਹਰ ਨਮੀ ਹੁੰਦੀ ਤੇ ਉਹਨੂੰ ਸੋਖ ਲੈਂਦਾ, ਜੇ ਸਰੂਪ ਤੱਕ ਜਾਣ ਨਹੀਂ ਦਿੰਦਾ ਉਸ ਨਮੀ ਨੂੰ। ਤੇ ਜਦੋਂ ਆ ਜੂਨ ਦੇ ਮਹੀਨੇ 'ਚ ਸੁੱਕਾ ਜਿਹਾ ਮੌਸਮ ਹੁੰਦਾ, ਗਰਮੀ ਪੈਂਦੀ ਹੈ, ਉਦੋਂ ਫਿਰ ਉਹ ਨਮੀ ਛੱਡਦਾ। ਉਦੋਂ ਨਮੀ ਚਾਹੀਦੀ ਹੁੰਦੀ ਹੈ ਕਾਗਜ਼ ਨੂੰ। ਤੋ ਇਸ ਤਰੀਕੇ ਨਾਲ ਸੂਤੀ ਕੱਪੜੇ ਦੇ ਵਿੱਚ ਪੋਥੀਆਂ ਜੇ ਪੁਰਾਤਨ ਨੇ ਚਾਹੇ ਨਵੀਆਂ ਵੀ ਨੇ, ਉਹ ਸੂਤੀ ਕੱਪੜੇ ਦੇ ਵਿੱਚ ਸੁਖਾਸਣ ਕਰਨੀਆਂ ਚਾਹੀਦੀਆਂ ਨੇ। ਸਿੰਥੈਟਿਕ ਕੱਪੜਾ ਰੁਮਾਲਾ ਨਹੀਂ ਲਾਣਾ ਚਾਹੀਦਾ। ਫਿਰ ਜਿੱਥੇ ਸੁਖਾਸਣ ਕੀਤਾ ਜਾਵੇ, ਮਹਾਰਾਜ ਜੀ ਦਾ ਜਿਹੜਾ ਪਲੰਘਾ ਹੁੰਦਾ ਹੈ ਉਹਦੇ ਤੇ ਸਰਮੈਕਾ ਨਾ ਲੱਗਾ ਹੋਵੇ। ਉਹ ਪਲੰਘਾ ਲੱਕੜੀ ਦਾ ਹੋਣਾ ਚਾਹੀਦਾ। ਜਦੋਂ ਸਰਮੈਕੇ ਵਾਲੇ ਕਿਸੇ ਪਲੰਘੇ ਤੇ ਅਸੀਂ ਸੁਖਾਸਣ ਕਰਦੇ ਹਾਂ ਤਾਂ ਉਹ ਸਰਮੈਕਾ ਜਿਹੜਾ ਉਹ ਵੀ ਨਮੀ ਨਹੀਂ ਸੋਖਦਾ। ਉਹ ਇੱਕ ਪ੍ਰਕਾਰ ਦਾ ਮੈਟਲ ਜਿਹਾ ਹੀ ਹੁੰਦਾ, ਉਹ ਨਾ ਨਮੀ ਸੋਖਦਾ ਨਾ ਨਮੀ ਛੱਡਦਾ। ਤੇ ਜਦੋਂ ਲੱਕੜ ਦੇ ਪਲੰਘੇ ਦੇ ਉੱਤੇ ਸੁਖਾਸਣ ਹੋਵੇਗਾ ਜਾਂ ਮਹਾਰਾਜ ਜੀ ਦਾ ਸਰੂਪ ਰੱਖਾਂਗੇ, ਪ੍ਰਕਾਸ਼ ਕਰਾਂਗੇ, ਤਾਂ ਉਹ ਲੱਕੜ ਦਾ ਜਿਹੜਾ ਪਲੰਘਾ ਹੁੰਦਾ ਉਹ ਨਮੀ ਨੂੰ ਸੋਖਦਾ। ਅੱਜ ਕੱਲ੍ਹ ਜਿਵੇਂ ਨਮੀ ਵੱਧ ਹੁੰਦੀ ਹੈ ਉਹ ਸੋਖਦਾ, ਪਰ ਜਦੋਂ ਜੂਨ ਦੇ ਮਹੀਨੇ ਦੇ ਵਿੱਚ, ਮਈ ਦੇ ਮਹੀਨੇ ਵਿੱਚ ਨਮੀ ਘੱਟ ਹੁੰਦੀ ਹੈ, ਉਦੋਂ ਫਿਰ ਉਹ ਨਮੀ ਨੂੰ ਛੱਡਦਾ, ਰਿਲੀਜ਼ ਕਰਦਾ। ਤੇ ਉਸ ਸਲਾਬੇ ਨੂੰ ਜਦੋਂ ਛੱਡਦਾ ਤੇ ਮਹਾਰਾਜ ਜੀ ਦਾ ਜਿਹੜਾ ਆਲੇ ਦੁਆਲੇ ਸਰੂਪ ਦਾ ਵਾਤਾਵਰਣ ਹੈ ਉਹ ਫਿਰ ਕਾਗਜ਼ ਨੂੰ ਖਰਾਬ ਨਹੀਂ ਕਰਦਾ। ਆਮ ਕਰਕੇ ਪੁਰਾਣੇ ਸਮਿਆਂ ਵਿੱਚ ਜਿੱਥੇ ਸੱਚਖੰਡ ਹੁੰਦਾ, ਉੱਥੇ ਇੱਕ ਅੱਧੇ ਬਰਤਨ ਦੇ ਵਿੱਚ ਪਾਣੀ ਪਾ ਕੇ ਰੱਖ ਦਿੰਦੇ ਸੀ। ਉਹ ਪਾਣੀ ਪਾ ਕੇ ਰੱਖਣ ਦਾ ਮਤਲਬ ਇਹ ਹੁੰਦਾ ਸੀ ਵੀ ਮਈ ਜੂਨ ਜਦੋਂ ਡਰਾਈਨੈਸ ਹੁੰਦੀ ਹੈ, ਉਸ ਵੇਲੇ ਜੇ ਹਵਾ ਦੇ ਵਿੱਚ ਉਹ ਥੋੜਾ ਬਹੁਤਾ ਪਾਣੀ ਦੀ ਲੋੜ ਪਵੇ ਤੇ ਉੱਥੋਂ ਪਾਣੀ ਜਿਹੜਾ ਚੱਲ ਜਾਏ। ਤੋ ਇਸ ਪ੍ਰਕਾਰ ਹੁਣ ਹਰ ਪਾਸੇ ਅਸੀਂ ਅਣਗਹਿਲੀ ਵਰਤਦਿਆਂ ਬਹੁਤ ਕੁਝ ਆਪਣਾ ਸਮਾਪਤ ਕਰ ਬੈਠੇ ਹਾਂ। ਜੇ ਕਿਸੇ ਕੋਲ ਕੋਈ ਐਸੀਆਂ ਗੁਰਬਾਣੀ ਦੀਆਂ ਪੋਥੀਆਂ ਚਾਹੇ ਨਵੀਆਂ ਵੀ ਛਪਦੀਆਂ, ਯਤਨ ਕਰਿਆ ਕਰੋ ਉਹਦੇ ਤੇ ਸਿੰਥੈਟਿਕ ਕੱਪੜੇ ਦਾ ਰੁਮਾਲਾ ਨਾ ਚੜਾਈਏ ਤੇ ਸੂਤੀ ਕੱਪੜਾ ਹੋਵੇ, ਉਹਦੇ ਵਿੱਚ ਮਹਾਰਾਜ ਜੀ ਦੀਆਂ ਨਿਤਨੇਮ ਦੀਆਂ ਪੋਥੀਆਂ ਜਿਹੜੀਆਂ ਨੂੰ ਸੰਭਾਲੀਏ। ਕਿਉਂਕਿ ਅਸੀਂ ਕਹਿੰਦੇ ਚਲੋ ਹੋਰ ਨਵਾਂ ਲੈ ਆਵਾਂਗੇ, ਪੋਥੀਆਂ ਪੁਰਾਤਨ ਕਰੀ ਜਾਂਦੇ, ਅੱਗੇ ਹੋਰ ਨਵੀਆਂ ਖਰੀਦ ਲਾਂਗੇ ਜੀ। ਭਾਈ ਪਹਿਲੀਆਂ ਪੋਥੀਆਂ ਨੂੰ ਵੀ ਲੰਮੇ ਸਮੇਂ ਤੱਕ, ਜੇ ਕਿਸੇ ਗੁਰੂ ਘਰ ਵਿੱਚ 5 ਸਰੂਪ ਨੇ ਤੇ ਗ੍ਰੰਥੀ ਸਿੰਘਾਂ ਦਾ ਫਰਜ਼ ਬਣਦਾ ਹੈ 5 ਸਰੂਪਾਂ ਦਾ ਵਾਰੀ-ਵਾਰੀ ਪ੍ਰਕਾਸ਼ ਕਰਨਾ। ਅਕਸਰ ਇੱਕੋ ਸਰੂਪ ਦਾ ਗ੍ਰੰਥੀ ਸਿੰਘ ਪ੍ਰਕਾਸ਼ ਕਰਦੇ ਨੇ ਔਰ ਉਹ ਇੱਕੋ ਸਰੂਪ ਬਿਰਧ ਹੋ ਜਾਂਦਾ ਹੈ। ਜਦੋਂ ਬਾਕੀ ਚਾਰੇ ਸਰੂਪ ਉੱਦਾਂ ਹੀ ਸੁਖਾਸਣ ਰਹਿੰਦੇ ਹੈ ਤੇ ਉਹ ਸੁਖਾਸਣ ਰਹਿਣ ਕਰਕੇ ਜਦੋਂ ਨਹੀਂ ਖੁੱਲ੍ਹਦਾ, ਹਵਾ ਨਹੀਂ ਲੱਗਦੀ, ਤੇ ਉਹ ਛੇਤੀ ਬਿਰਧ ਹੋ ਜਾਂਦੇ, ਕਾਗਜ਼ ਜਿਹੜੇ ਨੇ ਉਹ ਭੁਰਨ ਲੱਗ ਪੈਂਦੇ ਹੈ। ਗ੍ਰੰਥੀ ਸਿੰਘਾਂ ਨੂੰ ਚਾਹੀਏ ਹਰ ਹਫ਼ਤੇ ਮਹਾਰਾਜ ਜੀ ਦਾ ਸਰੂਪ ਬਦਲ ਕੇ ਇੱਕ ਹਫ਼ਤਾ ਇੱਕ ਸਰੂਪ, ਅਗਲੇ ਹਫ਼ਤੇ ਦੂਸਰਾ ਸਰੂਪ। ਇੱਥੇ ਆਪਾਂ ਪਾਤਸ਼ਾਹ ਦੇ ਚਰਨਾਂ 'ਚ ਬੈਠੇ ਹਾਂ, ਦੁੱਖ ਨਿਵਾਰਨ ਸਾਹਿਬ, ਹਰ ਸ਼ੁੱਕਰਵਾਰ ਨੂੰ ਮਹਾਰਾਜ ਜੀ ਦਾ ਸਰੂਪ ਜਿਹੜਾ ਹੈ
ਫਿਰ ਦੂਸਰਾ ਸਵਰੂਪ, 4 ਸਵਰੂਪ ਨੇ ਉਹ ਵੱਖੋ ਵੱਖਰੇ ਪ੍ਰਕਾਸ਼ ਕੀਤੇ ਜਾਂਦੇ ਨੇ ਤਾਂ ਜੋ ਲੰਮੇ ਸਮੇਂ ਤੱਕ ਸਵਰੂਪ ਜਿਹੜੇ ਨੇ ਉਹ ਸਾਨੂੰ ਦਰਸ਼ਨ ਦਿਦਾਰੇ ਬਖਸ਼ਦੇ ਰਹਿਣ। ਸੋ ਜਦੋਂ ਆਮ ਕਰਕੇ ਕਈ ਹੱਥ ਧੋ ਕੇ ਗਿੱਲੇ ਹੱਥਾਂ ਨਾਲ ਹੀ ਪੋਥੀ ਫੜ ਲੈਂਦੇ, ਉਦੋਂ ਵੀ ਉਹ ਗਿੱਲੇ ਹੱਥਾਂ ਨਾਲ ਜਦੋਂ ਪੋਥੀ ਪਕੜਦੇ ਆ, ਮਹਾਰਾਜ ਜੀ ਦੇ ਅੰਗ ਜਿਹੜੇ ਨੇ ਉਹ ਪਕੜਦੇ ਹਾਂ ਤਾਂ ਉਹ ਵੀ ਨਰਮ ਹੁੰਦੇ ਚਲੇ ਜਾਂਦੇ। ਇਹ ਕਾਰਨ ਹੁੰਦਾ ਸਰੂਪ ਬਿਰਧ ਹੋਣ ਦਾ। ਸੋ ਇਸ ਕਰਕੇ ਸੁਚੇਤ ਹੋਵੋ ਭਾਈ, ਸਾਵਧਾਨ ਹੋਵੋ, ਮਹਾਰਾਜ ਜੀ ਦੀ ਬਾਣੀ ਦਾ ਅਦਬ ਸਤਿਕਾਰ ਰੱਖੀਏ। ਕੜਾ ਪ੍ਰਸ਼ਾਦ ਗ੍ਰੰਥੀ ਸਿੰਘ ਵਰਤਾ ਦਿੰਦੇ ਐ, ਉਹੀ ਕੜਾ ਪ੍ਰਸ਼ਾਦ ਦੇਗ ਵਾਲੇ, ਤੇਲ ਵਾਲੇ, ਥਿੰਦੇ ਵਾਲੇ ਹੱਥ ਹੁੰਦੇ ਕਈ ਵੇਰੀ। ਉਸੇ ਤਰ੍ਹਾਂ ਮਹਾਰਾਜ ਜੀ ਦੇ ਸਰੂਪ ਨੂੰ ਥਿੰਦੇ ਬਿਰਧ ਸਰੂਪ ਆਉਂਦੇ ਆ ਇੱਥੇ ਜਦੋਂ, ਤੇ ਥਿੰਦਾ ਲੱਗਾ ਹੁੰਦਾ ਮਹਾਰਾਜ ਜੀ ਦੇ ਅੰਗਾਂ ਨੂੰ। ਤੇ ਆਮ ਕਰਕੇ ਵਿਚਕਾਰੋਂ ਮਹਾਰਾਜ ਜੀ ਦੇ ਰਾਗ ਸੋਰਠ ਤੇ ਤਨਾਸਰੀ ਜਿਹੜਾ ਹੈ ਉਹ ਜਿਹੜੇ ਅੰਗ ਨੇ ਉਹ ਜ਼ਿਆਦਾ ਬਿਰਧ ਹੋ ਜਾਂਦੇ, ਕਿਉਂਕਿ ਉੱਥੋਂ ਹੀ ਫੜ ਫੜ ਕੇ ਅੰਗੂਠਾ ਲਾ ਕੇ ਖੋਲਦੇ ਆ। ਤੇ ਜਦੋਂ ਸਤਕਾਰ ਸਹਿਤ ਉੱਪਰਲੇ ਪਾਸਿਓਂ ਅੰਗ ਪਕੜ ਕੇ 2 ਹੱਥਾਂ ਨਾਲ ਅੰਗ ਜਿਹੜਾ ਪਰਤਿਆ ਜਾਵੇ, ਬਦਲਿਆ ਜਾਵੇ, ਤਾਂ ਮਹਾਰਾਜ ਜੀ ਦਾ ਸਰੂਪ ਲੰਮੇ ਸਮੇਂ ਤੱਕ ਦਰਸ਼ਨ ਬਖਸ਼ਦਾ ਹੈ। ਸੋ ਪੁਰਾਤਨ ਸਮਿਆਂ 'ਚ ਹੱਥਾਂ ਨਾਲ ਲਿਖਦੇ, ਭਾਈ ਮਨੀ ਸਿੰਘ ਜੀ ਨੇ ਕਿੰਨੇ ਸਰੂਪ ਲਿਖੇ, ਬਾਬਾ ਦੀਪ ਸਿੰਘ ਸਾਹਿਬ ਜੀ ਨੇ ਬਾਣੀ ਲਿਖੀ, ਪੁਰਾਣੇ ਸਿੰਘ ਗੁਰਬਾਣੀ ਲਿਖਿਆ ਕਰਦੇ। ਗੁਰੂ ਰਾਮਦਾਸ ਸਾਹਿਬ ਜੀ ਪਾਤਸ਼ਾਹ ਫਰਮਾਉਂਦੇ, ਜਿਹੜੇ ਸਿੱਖ ਭਾਈ ਬਾਣੀ ਲਿਖਦੇ ਆ, ਹਰੀ ਦਾ ਜਸ ਲਿਖਦੇ ਆ, ਉਹ ਹਰੀ ਦਾ ਜਸ ਲਿਖਣ ਵਾਲਿਆਂ ਦੇ ਹੱਥ ਪਵਿੱਤਰ ਹੋ ਜਾਂਦੇ ਹਨ, ਉਹਨਾਂ ਦੇ ਹੱਥ ਪਾਵਨ ਹੋ ਜਾਂਦੇ ਹਨ। ਤਿਸ ਜਾਣ ਕੇ ਪੱਗ ਨਿਤ ਪੂਜਿਆ ਹੈ ਮੇਰੀ ਜਿੰਦੜੀਏ, ਜੋ ਮਾਰਗ ਧਰਮ ਚਲੇ ਸੇ ਰਾਮ। ਮਹਾਰਾਜ ਜੀ ਕਹਿੰਦੇ, ਤਿਨਾਂ ਜਨਾਂ ਦੇ ਚਰਨ ਪੂਜੀਏ, ਉਹਨਾਂ ਦੇ ਚਰਨਾਂ ਤੇ ਨਮਸਕਾਰ ਕਰੀਏ ਜਿਹੜੇ ਚਰਨ ਆਪਣੇ ਪ੍ਰਭੂ ਦੇ ਮਾਰਗ ਵੱਲ ਚੱਲ ਕੇ ਜਾਂਦੇ ਹਨ। ਹਾਂਜੀ, ਨਾਨਕ ਤਿਨ ਵਿਟੋਂ ਵਾਰਿਆ ਮੇਰੀ ਜਿੰਦੜੀਏ, ਹਰ ਸੁਣ ਹਰ ਨਾਮ ਮਨੇਸੇ ਰਾਮ। ਧੰਨ ਗੁਰੂ ਰਾਮਦਾਸ ਜੀ ਫਰਮਾਉਂਦੇ, ਮੈਂ ਤਿਨਾਂ ਵਿਟੋਂ ਵਾਰੇ ਜਾਵਾਂ, ਕੁਰਬਾਨ ਜਾਵਾਂ, ਜਿਹੜੇ ਹਰੀ ਦੇ ਨਾਮ ਨੂੰ ਜਪਦੇ ਨੇ ਔਰ ਹਿਰਦੇ 'ਚ ਮੰਨਦੇ ਹਨ। ਧਰਤ ਪਾਤਾਲ ਆਕਾਸ਼ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਧਿਆਵੈ ਰਾਮ। ਧਰਤੀ ਪਤਾਲ ਤੇ ਆਕਾਸ਼ ਵਿੱਚ ਹੈ ਮੇਰੀ ਜਿੰਦੜੀਏ, ਸਰਬ ਵਿੱਚ ਹਰੀ ਦਾ ਸਵਰੂਪ ਵਸਦਾ। ਮੇਰਿਆ ਮਨਾ, ਤੂੰ ਸਭ ਵਿੱਚ ਪਰਮੇਸ਼ਰ ਨੂੰ ਵਿਆਪਕ ਜਾਣ ਕੇ ਧਿਆਉਣਾ ਕਰ। ਪੌਣ ਪਾਣੀ ਬੈ ਸੰਤਰੋ ਮੇਰੀ ਜਿੰਦੜੀਏ, ਨਿਤ ਹਰ 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 ਜਸ ਗਾਵੇ ਰਾਮ। ਪਾਤਸ਼ਾਹ ਕਹਿੰਦੇ, ਧਰਤੀ ਪਤਾਲ ਆਕਾਸ਼ ਇਹ ਸਭ ਹਰੀ ਦਾ ਨਾਮ ਧਿਆ ਰਹੇ ਨੇ। ਜਦੋਂ ਆਪ ਕੋਈ ਜਪਣ ਲੱਗ ਪਏ ਨਾ, ਧਿਆਉਣ ਲੱਗ ਪਏ, ਉਹਦੀ ਅਵਸਥਾ ਬਣ ਜਾਂਦੀ ਹੈ ਵੀ ਧਰਤੀ ਵੀ ਧਿਆ ਰਹੀ ਹੈ, ਆਕਾਸ਼ ਵੀ ਧਿਆ ਰਿਹਾ, ਪਤਾਲ ਵੀ ਧਿਆ ਰਹੇ ਨੇ, ਪੌਣ, ਪਾਣੀ, ਅੱਗ, ਇਹ ਸਭ ਹਰੀ ਪਰਮੇਸ਼ਰ ਦਾ ਜਸ ਗਾ ਰਹੇ ਹਨ। ਵਾਣ ਤ੍ਰੈਣ ਸਭ ਆਕਾਰ ਹੈ ਮੇਰੀ ਜਿੰਦੜੀਏ, ਮੁਖ ਹਰ ਹਰ ਨਾਮ ਧਿਆਵੈ ਰਾਮ। ਵਾਣ ਤ੍ਰਿਣ ਘਾਹ ਦੇ ਬੂਟਿਆਂ ਵਿੱਚ ਵੀ ਉਹ ਸਾਰੇ ਆਕਾਰ ਵਿੱਚ ਹੈ ਮੇਰੀਏ ਜਿੰਦੇ, ਉਹ ਹਰੀ ਬਸਦਾ, ਤੇ ਇਹ ਸਭ ਉਸੇ ਹਰੀ ਪਰਮੇਸ਼ਰ ਨੂੰ ਧਿਆ ਰਹੇ ਹਨ। ਨਾਨਕ ਤੇ ਹਰ ਦਰ ਪੈ ਨਾਇਆ ਮੇਰੀ ਜਿੰਦੜੀਏ, ਜੋ ਗੁਰਮੁਖ ਭਗਤ ਮਨ ਲਾਵੇ ਰਾਮ। ਧੰਨ ਗੁਰੂ ਰਾਮਦਾਸ ਜੀ ਫਰਮਾਉਂਦੇ, ਜਿਹੜੇ ਗੁਰਮੁਖ ਪਰਮੇਸ਼ਰ ਦੀ ਭਗਤੀ ਨਾਲ ਆਪਣਾ ਮਨ ਲਾਉਂਦੇ ਹਨ, ਉਹਨਾਂ ਗੁਰਮੁਖਾਂ ਨੂੰ ਹਰੀ ਪਰਮੇਸ਼ਰ ਦੇ ਦਰ ਤੇ ਸਿਰੇ ਪਾਉ ਪਹਿਨਾਇਆ ਜਾਂਦਾ ਹੈ। ਉਹਨਾਂ ਨੂੰ ਮਾਣ ਸਤਿਕਾਰ ਪ੍ਰਾਪਤ ਹੁੰਦਾ। ਨਿਰੰਕਾਰ ਦੀ ਦਰਗਾਹ ਵਿੱਚ ਸਤਿਗੁਰੂ ਜੀ ਕਿਰਪਾ ਕਰਨ
ਸਾਡਾ ਸਭ ਦਾ ਗਾਵਿਆ ਸੁਣਿਆ ਸਾਹਿਬ ਜੀ ਥਾਏ ਪਾਵਨ ਹੋਈਆਂ ਪੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪੈ ਅਰਦਾਸ ਜੀਉ ਪਿੰਡ ਸਭ। ਤੁਮ ਮਾਤ ਪਿਤਾ ਹਮ ਤੁਮਰੀ ਕਿਰਪਾ ਮਹਿ ਕੋਇ ਨਾ ਜਾਣੈ। ਊਚੇ ਤੇ ਸਗਲ ਸਮਗਰੀ ਤੁਮਰੇ ਤੁਮ ਤੇ ਹੋਏ ਸੋ। ਤੁਮਰੀ ਗਤ ਮਿਤ ਨਾਨਕ ਦਾਸ। ਤੁਮਰੀ ਗਤ ਮਿਤ ਨਾਨਕ ਦਾਸ। ਬੋਲੋ ਜੀ ਇੱਕ ਓੰਕਾਰ। ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਉਤੀ ਜੀ ਸਹਾਏ। ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੇਂ। ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲੈਨ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜਨ ਹਰ ਗੋਬਿੰਦਨੋ ਸਿਮਰਨ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨਾਉ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ। ਦੇਖ ਕੇ ਅਣਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। प्रथम सर्वत खालसा जी की अरदास है जी। सर्वत खालसा जी को वाहे गुरु वाहे गुरु
ਵਾਹਿਗੁਰੂ। ਚਿਤ ਆਵੇ, ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਾਂ ਜਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ। ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ। ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਆਪ ਜੀ ਦੇ ਮਹਾਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰ ਪਰਮੇਸ਼ਰ ਜੀਓ। ਆਪ ਜੀ ਦਾ ਕੋਟਾਨ ਕੋਟ ਸ਼ੁਕਰ ਹੈ। ਸਤਿਗੁਰੂ ਜੀ ਆਪ ਜੀ ਦੇ ਪਾਵਨ ਚਰਨਾਂ ਕਮਲਾਂ ਚ ਅਰਦਾਸ ਬੇਨਤੀ ਹੈ ਜੀ। ਆਪ ਜੀ ਦੇ ਹਜੂਰ ਨਿਤਨੇਮ ਅਨੁਸਾਰ ਅੰਮ੍ਰਿਤ ਵੇਲੇ ਤੋਂ ਸੁੰਦਰ ਸੱਚਖੰਡ ਦੀਵਾਨ ਸੱਜੇ ਹਨ ਜੀ। ਸੱਜੇ ਹੋਏ ਦੀਵਾਨਾਂ ਵਿੱਚ ਗੁਰਬਾਣੀ ਦੇ ਜਾਪ ਸੰਪੂਰਨ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਆਨੰਦ ਸਾਹਿਬ ਜੀ ਦੀਆਂ ਪੌੜੀਆਂ ਦੇ ਗਾਇਨ ਉਪਰੰਤ ਆਪ ਜੀ ਦੇ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਦੀ ਕਥਾ ਵਿਚਾਰ ਹੋਈ ਹੈ। ਸਤਿਗੁਰੂ ਜੀਓ ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ ਅੱਗੇ ਤੋਂ ਸਮਤ ਬਖਸ਼ਿਸ਼ ਕਰਕੇ ਸਮੁੱਚੀ ਸੇਵਾ ਨਿਭਾਉਣ ਦੇ ਬਲ ਬਖਸ਼ਿਸ਼ ਕਰਨੇ। ਪੜੀ ਸੁਣੀ ਗੁਰਬਾਣੀ ਦਾ ਸਮੁੱਚਾ ਭਾਵ ਦਰ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਜੀ। ਸਭ ਸੰਗਤਾਂ ਨੂੰ ਦਰੋਂ ਘਰੋਂ ਨਾਮਦਾਨ ਸਿੱਖੀ ਸਿਦਕ ਭਰੋਸਾ ਬਖਸ਼ਣਾ ਦੁੱਖਾਂ ਕਲੇਸ਼ਾਂ ਦਾ ਨਾਸ ਕਰਨਾ ਸ਼ੁਭ ਭਾਵਨਾ ਪੂਰੀਆਂ ਕਰਨੀਆਂ। ਸਤਿਗੁਰੂ ਜੀ ਆਪ ਜੀ ਦੇ ਬਖਸ਼ੇ ਹੋਏ ਖਜ਼ਾਨਿਆਂ ਦੇ ਵਿੱਚੋਂ ਤਥਾ ਸੰਗਤਾਂ ਵੱਲੋਂ ਆਪ ਜੀ ਦੇ ਹਜੂਰ ਕੜਾਹ ਪ੍ਰਸ਼ਾਦ ਹਾਜ਼ਰ ਹੈ ਜੀ। ਆਪ ਜੀ ਨੂੰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਕਿਰਪਾ ਕਰੋ ਸਮੂਹ ਸੰਗਤਾਂ ਦੀਆਂ ਅਰਦਾਸਾਂ ਬੇਨਤੀਆਂ ਭੇਟਾਵਾਂ ਸੇਵਾਵਾਂ ਦਰ ਪ੍ਰਵਾਨ ਕਰਦੇ ਹੋਏ ਸ੍ਰੀ ਮੁਖ ਵਾਕ ਬਖਸ਼ਿਸ਼ ਕਰਕੇ ਨਿਹਾਲ ਕਰੋ ਜੀ। ਸਰਬੱਤ ਦੇ ਕਾਰਜ ਰਾਸ ਕਰਨੇ ਸੁਖ ਹੋਵੇ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਸਭ ਸਿੱਖਨ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਆ ਜੋ ਪ੍ਰਭ ਕੋ ਮਿਲਬੋ ਚਾਹੈ ਰਾਜ ਕਰੇਗਾ ਖਾਲਸਾ। ਖੁਆਰ ਹੋਏ ਸਭ ਮਿਲਾਂਗੇ ਰਾਜ ਕਰੇਗਾ ਖਾਲਸਾ। ਖੁਆਰ ਹੋਏ ਸਭ ਮਿਲਾਂਗੇ ਬੋਲੇ ਸੋ ਨਿਹਾਲ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਏ ਸੁਣੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ। ਪੰਧ ਜੁਲੰਦੜੀ ਮੇਰਾ ਅੰਦਰ ਠੰਡਾ, ਗੁਰ ਦਰਸ਼ਨ ਦੇਖ ਨਿਹਾਲੀ। ਦਰਸ਼ਨ ਦੇਖ ਜੀਵਾ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਤੂੰ ਚੋ ਸੱਜਣ ਮੈਂਡਿਆ, ਡੇਈ ਸਿਸ ਉਤਾਰ। ਨੈਣ ਮਹੰਜੇ ਤਰਸਦੇ, ਕਦ ਪਸੀਂ ਦੀਦਾਰ। ਸੋ ਕਹੋ ਟਲ ਗੁਰ ਸੇਵੀਐ, ਅਹਨਸ ਸਹਜ। ਦਰਸ਼ਨ ਪਰਸੈ ਗੁਰੂ ਕੈ ਜਨਮ, ਹੋਵੈ ਸਿਫਤ ਨੂਰ ਅਰਸਾ ਕੁਰਸਾਹ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਸੱਜਣ ਸੱਚਾ ਪਾਤਸ਼ਾਹ। ਸਾਹਾਂਦ ਜਿਸ ਪਾਸ ਬੈਠਿਆ, ਸੋਹੀਐ ਸਭਨਾ ਦਾ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਹਾਗੜਾ ਮਹੱਲਾ ਚੌਥਾ। ਹਉ ਬਲਿਹਾਰੀ ਤਿਨ ਕਉ ਮੇਰੀ ਜਿੰਦੁੜੀਏ, ਜਿਨ ਹਰ ਹਰ ਨਾਮ ਆਧਾਰੋ ਰਾਮ। ਗੁਰ ਸਤਿਗੁਰ ਨਾਮ ਦਰੜਾਇਆ ਮੇਰੀ ਜਿੰਦੁੜੀਏ, ਬਿਖ ਭਉ ਜਲ ਤਾਰਨ ਹਾਰੋ ਰਾਮ। ਹਉ ਬਲਿਹਾਰੀ ਤਿਨ ਕਉ ਮੇਰੀ ਜਿੰਦੁੜੀਏ, ਜਿਨ ਹਰ ਹਰ ਨਾਮ ਆਧਾਰੋ ਰਾਮ। ਗੁਰ ਸਤਿਗੁਰ ਨਾਮ ਦਰੜਾਇਆ ਮੇਰੀ ਜਿੰਦੜੀਏ, ਬਿਖ ਭਉ ਜਲ ਤਾਰਨ ਹਾਰੋ ਰਾਮ। ਜਿਨ ਇੱਕ ਮਨ ਹਰ ਧਿਆਇਆ ਮੇਰੀ ਜਿੰਦੜੀਏ, ਤਿਨ ਸੰਤ ਜਨਾ ਜੈਕਾਰੋ ਰਾਮ। ਨਾਨਕ ਹਰ ਜਪ ਸੁਖ ਪਾਇਆ ਮੇਰੀ ਜਿੰਦੜੀਏ, ਸਭ ਦੁਖ ਨਿਵਾਰਨ ਹਾਰੋ ਰਾਮ। ਸਾਰਸਨਾ ਧਨ ਧਨ ਹੈ ਮੇਰੀ ਜਿੰਦੜੀਏ, ਗੁਣ ਗਾਵੈ ਹਰ ਪ੍ਰਭ ਕੇਰੇ ਰਾਮ। ਤੇ ਸਰਵਨ ਭਲੇ ਸੋਭਨੀਕ ਹੈ ਮੇਰੀ ਜਿੰਦੜੀਏ, ਹਰ ਕੀਰਤਨ ਸੁਣੈ ਹਰ ਤੇਰੇ ਰਾਮ। ਸੋ ਸੀਸ ਭਲਾ ਪਵਿੱਤਰ ਪਾਵਨ ਹੈ ਮੇਰੀ ਜਿੰਦੜੀਏ, ਜੋ ਜਾਏ ਲੱਗੈ ਗੁਰ ਪੈਰੇ ਰਾਮ। ਗੁਰ ਵਿਟਹੁ ਨਾਨਕ ਵਾਰਿਆ ਮੇਰੀ ਜਿੰਦੜੀਏ, ਜਿਨ ਹਰ ਹਰ ਨਾਮ ਚ ਤੇਰੇ ਰਾਮ। ਤੇ ਨੇਤਰ ਭਲੇ ਪਰਵਾਨ ਹੈ ਮੇਰੀ ਜਿੰਦੜੀਏ, ਜੋ ਸਾਧੂ ਸਤਿਗੁਰ ਦੇਖੈ ਰਾਮ। ਤੇ ਹਸਤ ਪੁਨੀਤ ਪਵਿੱਤਰ ਹੈ ਮੇਰੀ ਜਿੰਦੜੀਏ, ਜੋ ਹਰ ਜਸ ਹਰ ਹਰ ਲੇਖੈ ਰਾਮ। ਤਿਸ ਜਨ ਕੇ ਪਗ ਨਿਤ ਪੂਜੀ ਹੈ ਮੇਰੀ ਜਿੰਦੜੀਏ, ਜੋ ਮਾਰਗ ਧਰਮ ਚਲੇ ਸਹਿ ਰਾਮ।
ਨਾਨਕ ਤਿਨ ਵਿਟੋਂ ਵਾਰਿਆ ਮੇਰੀ ਜਿੰਦੜੀਏ। ਹਰ ਸੁਣ ਹਰ ਨਾਮ ਮਨੇਸਹਿ ਰਾਮ, ਧਰਤ ਪਾਤਾਲ ਆਕਾਸ ਹੈ ਮੇਰੀ ਜਿੰਦੜੀਏ। ਸਭ ਹਰ ਹਰ ਨਾਮ ਧਿਆਵੈ ਰਾਮ, ਪੌਣ ਪਾਣੀ ਬੈ ਸੰਤਰੋ ਮੇਰੀ ਜਿੰਦੜੀਏ। ਨਿਤ ਹਰ 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 ਜਸ ਗਾਵੈ ਰਾਮ, ਵਣ ਤ੍ਰਿਣ ਸਭ ਆਕਾਰ ਹੈ ਮੇਰੀ ਜਿੰਦੜੀਏ। ਮੁਖ ਹਰ ਹਰ ਨਾਮ ਧਿਆਵੈ ਰਾਮ, ਨਾਨਕ ਤੇ ਹਰ ਦਰ ਪੈ ਨਾਇਆ ਮੇਰੀ ਜਿੰਦੜੀਏ। ਜੋ ਗੁਰਮੁਖ ਭਗਤ ਮਨ ਲਾਵੈ ਰਾਮ, ਵਾਣ ਤ੍ਰਿਣ ਸਭ ਆਕਾਰ ਹੈ ਮੇਰੀ ਜਿੰਦੜੀਏ। ਮੁਖ ਹਰ ਹਰ ਨਾਮ ਧਿਆਵੈ ਰਾਮ, ਨਾਨਕ ਤੇ ਹਰ ਦਰ ਪੈ ਨਾਇਆ ਮੇਰੀ ਜਿੰਦੜੀਏ। ਜੋ ਗੁਰਮੁਖ ਭਗਤ ਮਨ ਲਾਵੈ ਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਿਨਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ। ਸ੍ਰੀ ਵਾਹਿਗੁਰੂ ਸਾਹਿਬ ਜੀਓ। ਡੰਡੌਤ ਬੰਦਨ ਨਾਨਕ ਬਾਰ, ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ। ਨਾਨਕ ਦੇ ਕਰ ਹੱਥ, ਨਾਨਕ ਦੇ ਕਰ ਹੱਥ।
तेरे कवन कवन गुण कह कह गावा, तू साहिब गुणी निधाना। तुमरी महिमा बरन ना साको, तू ठाकुर ऊंच भगवाना। आनंद गुणी निधान, धन गुरु गरीब निवाज, गरीब निवाज, गरीब निवाज। गावो गुण कीर्तन नित स्वामी, गावो गुण कीर्तन नित स्वामी, गावो गुण कीर्तन नित स्वामी। गावो गुण कीर्तन नित स्वामी, कर कृपा नानक दीजै दान। कर कृपा नानक दीजै दान, गावो गुण कीर्तन नित स्वामी, गावो गुण कीर्तन नित स्वामी, गावो गुण कीर्तन नित स्वामी। हर के चरण जप जाऊं कुर्बान, हर के चरण जप जाऊं कुर्बान। गुरु मेरा पार ब्रह्म परमेश्वर, गुरु मेरा पार ब्रह्म परमेश्वर। ताका हृदय धर मन ध्यान, ताका हृदय धर मन ध्यान। गावो गुण कीर्तन नित स्वामी, गावो गुण कीर्तन नित स्वामी, गावो गुण कीर्तन। सिमर 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 सुख दाता, सिमर 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 सुख दाता, सुख दाता, सुख दाता। सिमर सिमर सुख दाता, सिमर 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 सुख दाता। जाका किया सगल जहान, जाका किया सगल जहान। रस न रवो एक नारायण, रस न रवो एक नारायण। साची दरगह पावो मान, साची दरगह पावो मान।
ਸਾਥ